ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਜਗ ਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ, ਕਿਰਪਾ ਦੇ ਸਾਗਰ, ਪਤਿਤ ਪਾਵਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਸਤ ਸੰਗਤ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜਸ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਜਵਲ ਕੀਰਤੀ, ਜਿਸ ਨੂੰ ਕਰਨ ਤੇ ਸੁਣਨ ਨਾਲ ਪਾਪਾਂ ਦੀ ਮੈਲ ਨਾਸ਼ ਹੁੰਦੀ ਹੈ, ਕਾਇਰਤਾ ਤੇ ਜੜਤਾ ਨਾਸ਼ ਹੁੰਦੀ ਹੈ। ਉਜਵਲ ਭਵਿੱਖ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਤੋਂ ਪ੍ਰਾਪਤ ਹੁੰਦਾ ਹੈ। ਪ੍ਰਾਣੀ ਮਾਤਰ ਦੇ ਅੰਦਰ ਇੱਕ ਇਹੋ ਜਿਹੀ ਜੋਤ ਜਾਗ ਪੈਂਦੀ ਹੈ ਕਿ ਉਹ ਜੀਵਨ ਨੂੰ ਸਫਲ ਕਰ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਪਾਵਨ ਉਪਦੇਸ਼, ਧੰਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰੈ। ਐਸੇ ਪਵਿੱਤਰ ਉਪਦੇਸ਼ ਦੇ ਆਸ਼ੇ ਨੂੰ ਕਮਾਉਂਦਿਆਂ ਹੋਇਆਂ ਉਹ ਗੁਰਮੁਖ ਪ੍ਰਾਣੀ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਹੈ। ਸੱਚੇ ਪਾਤਸ਼ਾਹ ਦਾ ਜੀਵਨ ਅਦੁੱਤੀ ਹੈ, ਵਿਸਮਾਦ ਹੈ, ਆਨੰਦ ਹੈ, ਰਸ ਹੈ। ਵੀਰ ਰਸ ਨਾਲ, ਅਣਖ ਤੇ ਗੈਰਤ ਨਾਲ ਧਰਮ ਦੇ ਪ੍ਰਤੀ ਆਪਣਾ ਆਪਾ ਨਿਸ਼ਾਵਰ ਕਰਦਾ ਹੋਇਆ, ਮਜ਼ਲੂਮ ਤੇ ਗਰੀਬ ਦੀ ਰੱਖਿਆ ਕਰਦਿਆਂ ਹੋਇਆਂ ਇਹ ਸਤਿਗੁਰੂ ਜੀ ਦੇ ਜੀਵਨ ਦੇ ਅੰਦਰ ਆਪਾ ਨਿਸ਼ਾਵਰ ਕਰਨ ਦੀ ਪਵਿੱਤਰ ਦਾਤ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਹੀ ਲੁਟਾ ਦਿੱਤਾ, ਆਪਣੇ ਪਿਆਰੇ ਪੰਥ ਤੋਂ ਕੁਰਬਾਨ ਕਰ ਦਿੱਤਾ। ਆਪਾਂ ਕੱਲ ਸੱਚੇ ਪਾਤਸ਼ਾਹ ਜੀ ਦਾ ਜੋ ਗੜੀ ਦੇ ਛੱਡਣ ਦਾ ਇਤਿਹਾਸ ਹੈ, ਇਹ ਆਪਾਂ ਸਰਵਣ ਕੀਤਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਭਾਈ ਸੰਗਤ ਸਿੰਘ ਜੀ ਨੂੰ, ਜਿਨ੍ਹਾਂ ਦਾ ਨਾਮ ਭਾਈ ਸੰਗਤ ਸਿੰਘ ਜੀ ਬੰਗਸੀ ਕਰਕੇ ਵੀ ਆਇਆ ਹੈ ਇਤਿਹਾਸ ਵਿੱਚ, ਮਹਾਰਾਜ ਜੀ ਨੇ ਜੋ ਆਪਣਾ ਸ਼ਾਹੀ ਕਲਗੀ ਤੋੜਾ ਹੈ, ਹੀਰਿਆਂ ਸਹਿਤ ਦਮਕਦੀ ਹੋਈ ਜਗ੍ਹਾ, ਹਜ਼ੂਰ ਨੇ ਆਪ ਸ਼ੀਸ਼ ਤੇ ਦਸਤਾਰ ਸਜਾ ਕਰਕੇ ਜਗ੍ਹਾ ਸਜਾਈ। ਫਿਰ ਸੱਚੇ ਪਾਤਸ਼ਾਹ ਨੇ ਕਲਗੀ ਸਾਹਿਬ ਸਜਾਉਣਾ ਕੀਤੀ, ਆਪਣੀ ਸ਼ਾਹੀ ਪੁਸ਼ਾਕ, ਜੋ ਜਦੋਂ ਆਪਾਂ ਬਾਗ ਵਿੱਚ ਸਤਿਗੁਰਾਂ ਜੀ ਦੇ ਉਤਾਰੇ ਤੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੂਪ ਦਾ ਚਿਤਰਨ ਸਰਵਣ ਕੀਤਾ ਸੀ ਨਾ, ਉਹ ਸ਼ਾਹੀ ਪੁਸ਼ਾਕ ਨਵਰਤਨੇ ਬਹੁਤੇ ਹਜ਼ੂਰ ਨੇ ਭਾਈ ਸੰਗਤ ਸਿੰਘ ਸਾਹਿਬ ਦੇ ਸਜਾਏ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਪਹਿਰੀ ਹੋਈ ਉਹ ਸ਼ਾਹੀ ਪੁਸ਼ਾਕ ਹੀ ਸੀਗੀ। ਸੱਚੇ ਪਾਤਸ਼ਾਹ ਜੀ ਨੇ ਆਪਣਾ ਪਿਤਾ ਵਾਰ ਦਿੱਤਾ। ਸਾਹਿਬਜ਼ਾਦੇ, ਮਾਤਾ ਜੀ ਅਤੇ ਭੂਆ ਜੀ ਦੇ ਪੁੱਤਰ ਆਪਣੇ ਮਾਮਾ ਜੀ ਨੂੰ ਸੱਚੇ ਪਾਤਸ਼ਾਹ ਨੇ ਪੰਥ ਤੋਂ ਵਾਰ ਦਿੱਤਾ। ਆਪਣੇ ਸਰੀਰ ਤੇ ਪਹਿਰੀ ਹੋਈ ਸ਼ਾਹੀ ਪੁਸ਼ਾਕ ਤੇ ਸ਼ਾਹੀ ਕਲਗੀ ਤੋੜਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਸਰਬੰਸਦਾਨੀ ਸਤਿਗੁਰੂ ਜੀ ਨੇ ਉਹ ਵੀ ਆਪਣੇ ਪੰਥ ਨੂੰ ਸੌਂਪ ਦਿੱਤਾ। ਗਰੀਬ ਨਿਵਾਜ ਜੀ ਨੇ ਪਰਿਕਰਮਾ ਕੀਤੀਆਂ, ਪੰਜਾਂ ਦੇ ਅੱਗੇ ਨਮਸਕਾਰ ਕੀਤੀ, ਪੰਜਾਂ ਦੀ ਵੱਡੀ ਵਡਿਆਈ ਆਪਣੀ ਰਸਨਾ ਤੋਂ ਕਹੀ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੜੀ ਨੂੰ ਛੱਡਿਆ
ਤਾਰੇ ਦੀ ਸੇਧ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੱਸੀ, ਜੇ ਸਾਡੇ ਨਾਲੋਂ ਨਿਖੜ ਜਾਓ ਤੇ ਤਾਰੇ ਦੀ ਸੇਧ ਤੇ ਅਸੀਂ ਤੁਹਾਨੂੰ ਪ੍ਰਾਪਤ ਹੋ ਜਾਵਾਂਗੇ। ਖਵਾਜਾ ਮਰਦੂਦ ਦੇ ਜਿੱਥੇ ਤੰਬੂ ਲੱਗੇ ਹੋਏ ਸੀ ਉੱਥੇ ਤੱਕ ਪਹੁੰਚੇ। ਉਹਨੇ ਭੱਜ ਕੇ ਜਾਨ ਬਚਾਈ। ਤਾੜੀ ਮਾਰ ਕੇ ਸਤਿਗੁਰਾਂ ਜੀ ਨੇ ਆਖਿਆ ਸੀ, ਪੀਰ ਹਿੰਦ ਮੇਰ ਵੱਧ। 3 ਵਾਰੀ ਇਹ ਸ਼ਬਦ ਕਹੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਉਥੋਂ ਝਾੜ ਸਾਹਿਬ ਦਾ ਜਿੱਧਰ ਸਤਿਗੁਰਾਂ ਜੀ ਦੀ ਪਵਿੱਤਰ ਯਾਦਗਾਰ ਬਣੀ ਹੋਈ ਹੈ ਮਾਛੀਵਾੜੇ ਦਾ, ਇਹ ਰੁੱਖ ਸਤਿਗੁਰੂ ਜੀ ਨੇ ਇੱਥੋਂ ਲਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜਦੋਂ ਝਾੜ ਸਾਹਿਬ ਵਾਲਾ ਸਥਾਨ ਹੈ ਜਿੱਥੇ ਇੱਥੇ ਜ਼ਿਕਰ ਆਉਂਦਾ ਕਿ ਇੱਕ ਮੱਝਾਂ ਚਾਰਨ ਵਾਲਾ, ਸਤਿਗੁਰੂ ਜੀ ਨੂੰ ਪਹਿਚਾਣ ਲਿਆ ਸੀ ਇਸਨੇ ਤੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗਾ। ਸਤਿਗੁਰਾਂ ਜੀ ਨੇ ਮੋਹਰਾਂ ਦਿੱਤੀਆਂ ਪਰ ਵੀ ਨਹੀਂ ਹਟਿਆ। ਸਤਿਗੁਰੂ ਜੀ ਨੇ ਹੀਰੇ ਜਵਾਹਰਾਤ ਜੜਿਆ ਹੋਇਆ ਖੰਜਰ ਸਤਿਗੁਰਾਂ ਜੀ ਨੇ ਦਿੱਤਾ ਪਰ ਫਿਰ ਵੀ ਨਹੀਂ ਹਟਿਆ। ਫਿਰ ਮਹਾਰਾਜ ਨੇ ਉਸ ਦੇ ਮੁਖ ਦੇ ਉੱਤੇ ਇੱਕ ਚਾਟਾ ਜੜਿਆ, ਸਦਾ ਲਈ ਗੂੰਗਾ ਹੋ ਗਿਆ, ਸਾਰੀ ਉਮਰ ਬੋਲ ਨਹੀਂ ਸਕਿਆ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਹਜੂਰ ਅੱਗੇ ਨੂੰ ਚਾਲਾ ਮਾਰਿਆ। ਪਿੱਛੇ ਚਮਕੌਰ ਸਾਹਿਬ ਦੇ ਅੰਦਰ ਜਦੋਂ ਦਿਨ ਚੜ੍ਹਦਾ ਹੈ ਉੱਥੇ ਦਾ ਹਾਲ ਆਪਾਂ ਸਰਵਣ ਕਰਕੇ ਫਿਰ ਅੱਗੇ ਪੜਾਅ ਦਰ ਪੜਾਅ ਸੰਖੇਪ ਰੂਪ ਵਿੱਚ ਹੀ ਸਤਿਗੁਰੂ ਜੀ ਜਦੋਂ ਰਾਏ ਕੱਲੇ ਕੋਲ ਜਾਂਦੇ ਹੈ ਤੇ ਉੱਥੇ ਫਿਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਪਹੁੰਚਦੀ ਹੈ। ਜਿਵੇਂ ਉਹ ਇਤਿਹਾਸ ਆਪਾਂ ਸਰਵਣ ਕਰਾਂਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਪ ਸਤਿਗੁਰੂ ਜੀ ਗੜੀ ਚੋਂ ਸੱਚੇ ਪਾਤਸ਼ਾਹ ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਜੀ ਤਿੰਨਾਂ ਸਿੰਘਾਂ ਸਮੇਤ ਸੱਚੇ ਪਾਤਸ਼ਾਹ ਨੇ ਚਾਲੇ ਪਾਏ। ਕਿਵੇਂ ਸਾਹਿਬਜ਼ਾਦਿਆਂ ਦੇ ਸਰੀਰ ਵੇਖ ਕੇ ਮਹਾਰਾਜ ਨੇ ਅੰਡਿਠ ਕੀਤਾ। ਇਹ ਆਪਾਂ ਕੱਲ ਕਥਾ ਵਿੱਚ ਸਰਵਣ ਕੀਤਾ ਸੀਗਾ। ਇੰਨਾ ਪਿਆਰ ਆਪਣੀ ਉਮਤ ਨਾਲ, ਆਪਣੇ ਪੈਰੋਕਾਰਾਂ ਨਾਲ ਕਿਸੇ ਪੀਰ ਪੈਗੰਬਰ ਨੇ ਨਹੀਂ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਹੇ ਹੋਏ ਵਾਕ, ਪੰਥ ਵਸੈ ਮਉਜੜਾ ਮਨ ਚਾਉ ਕਨੇਰਾ। ਚਮਕੌਰ ਸਾਹਿਬ ਦੇ ਅੰਦਰ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਹੋਈ ਕੁਰਬਾਨੀ ਤੇ ਅੱਲਾ ਯਾਰ ਖਾਂ ਜੋਗੀ ਵਰਗਿਆਂ ਨੇ ਇਹ ਸ਼ਬਦ ਲਿਖਣੇ, घर हिंद में तीर्थ है यात्रा के लिए, कटाए बाप ने बेटे जहां खुदा के लिए। सच्चे पातशाह जी महाराज दे उस्तत विच हकीम अल्ला यार खान जोगी ने लिखिया है कि घर हिंद दे अंदर तीर्थ है कोई यात्रा करने वास्ते ते उस चमकौर साहब की सरजमीन है जिथे गुरु गोबिंद सिंह सच्चे पातशाह जी महाराज ने अपने साहबजादियां नूं धर्म की खातर, मजलूमां की खातर सच्चे पातशाह जी ने वार दिता। चमकौर साहब जी की पावन धरती कण कण ते सच्चे पातशाह जी महाराज दे शहीद सिंघां दे जिन्हों स्पर्श प्राप्त है, उस नीले आसमान ने, उस धरती ने सच्चे पातशाह जी महाराज का दीदार पाया है। गरीब नवाज सच्चे पातशाह जी महाराज ਸਿੰਘਾਂ ਨੂੰ ਜਿਵੇਂ ਆਦੇਸ਼ ਕਰਕੇ ਗਏ ਸੀ ਤਿਵੇਂ ਭਾਈ ਸੰਗਤ ਸਿੰਘ ਸਾਹਿਬ ਜੀ ਨੇ ਜਿੱਥੇ ਹਜੂਰ ਨੇ ਆਪ ਵੀਰ ਆਸਣ ਲਾਇਆ ਸੀ ਉੱਥੇ ਵੀਰ ਆਸਣ ਲਾਇਆ ਤੇ ਸਿੰਘਾਂ ਨੇ ਮੋਰਚਾਬੰਦੀ ਕਰਕੇ ਜਿਵੇਂ ਫਿਰ ਤੁਰਕਾਂ ਦੇ ਯੁੱਧ ਦੇ ਅੰਦਰ ਉਹਨਾਂ ਦਾ ਪਹਿਲਾ ਹੋਇਆ ਹੱਲਾ ਫਿਰ ਪਛਾੜਿਆ। ਬਹੁਤ ਅੰਧਾ ਧੁੰਦ ਅੰਦਰੋਂ ਤੀਰ ਤੇ ਗੋਲੀਆਂ ਚੱਲੇ। ਜਦੋਂ ਆਖਰ ਫਿਰ ਇੰਨੀ ਫੌਜ ਸੀ ਫਿਰ ਇਹਨਾਂ ਨੇ ਗੜੀ ਦਾ ਕਬਜ਼ਾ ਉਦੋਂ ਹੀ ਦਿੱਤਾ ਜਦੋਂ ਇਹਨਾਂ ਵਿੱਚੋਂ ਕੋਈ ਵੀ ਜੀਵਤ ਨਹੀਂ ਸੀ। ਆਖਰੀ ਖੂਨ ਦੇ ਤੁਬਕੇ ਤੱਕ ਵੀ ਇਹਨਾਂ ਨੇ ਬਹੁਤ ਜਾਨਾਂ ਹੂਲ ਕੇ ਯੁੱਧ ਕੀਤਾ ਤੇ ਜਿੱਥੇ ਨਿਸ਼ਾਨ ਸਾਹਿਬ ਆ ਕਰਕੇ ਲਾਇਆ ਸੀਗਾ ਭਾਈ ਸੰਗਤ ਸਿੰਘ ਸਾਹਿਬ ਜੀ ਦੀ ਸ਼ਹਾਦਤ ਉਸ ਨਿਸ਼ਾਨ ਸਾਹਿਬ ਦੇ ਉੱਤੇ ਹੁੰਦੀ ਹੈ। ਜਦੋਂ ਅਖੀਰ ਬਹੁਤ ਗੋਲੀਆਂ ਛਾਤੀ ਵਿੱਚ ਆ ਕਰਕੇ ਵੱਜੀਆਂ ਤੇ ਨਿਸ਼ਾਨ ਸਾਹਿਬ ਤੇ ਭਾਈ ਸਾਹਿਬ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਇਹ ਬਹੁਤ ਜਿਹੜਾ ਹੈ ਭਾਵਪੂਰਕ ਪ੍ਰਸੰਗ ਕਵੀ ਭਾਈ ਸੰਤੋਖ ਸਿੰਘ ਜੀ ਨੇ ਭਾਈ ਸੰਗਤ ਸਿੰਘ ਸਾਹਿਬ ਜੀ ਤੇ ਸਾਥੀ ਸਿੰਘਾਂ ਦੀ ਸ਼ਹਾਦਤ ਦਾ ਲਿਖਿਆ ਹੈ। ਜਦੋਂ ਫਿਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਅੰਤਮ ਸੰਸਕਾਰ ਦਾ ਜੋ ਜ਼ਿਕਰ ਆਉਂਦਾ ਹੈ ਕਿ ਭਾਵੇਂ ਕਿ ਬੀਬੀ ਹਰਸ਼ਰਨ ਕੌਰ ਜੀ ਦਾ ਵੀ ਜ਼ਿਕਰ ਜਿਹੜਾ ਇਤਿਹਾਸਕਾਰਾਂ ਨੇ ਕੀਤਾ ਹੈ
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹੈ ਕਿ ਭਾਈ ਤਲੋਕਾ ਤੇ ਭਾਈ ਰਾਮਾ ਇਹ ਜਿਹੜੇ ਨਾਭੇ ਤੇ ਜੀਂਦ ਦੀ ਰਿਆਸਤ ਦੇ ਅੰਦਰ ਜੋ ਵਡੇਰਾ ਬਾਬਾ ਫੂਲ ਹੋਇਆ, ਜੋ ਫੂਲਕਿਆਂ ਦੀ ਵੰਸਵੀ ਵੱਜਦੀ ਹੈ, ਬਾਬੇ ਫੂਲ ਦਾ ਵੱਡਾ ਪੁੱਤਰ ਸੀ ਭਾਈ ਤਲੋਕਾ ਤੇ ਉਹਦਾ ਛੋਟਾ ਭਰਾ ਸੀ ਭਾਈ ਰਾਮਾ। ਇਹਨਾਂ ਨੂੰ ਜਦੋਂ ਖਬਰ ਲੱਗੀ ਕਿ ਮਾਤਾ ਗੁਜਰ ਕੌਰ ਜੀ ਤੇ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਸਰਹੰਦ ਦੇ ਅੰਦਰ ਜਿਹੜੇ ਸਰਹੰਦੀ ਸੂਬੇ ਵਜ਼ੀਰ ਖਾਨ ਨੇ ਕੈਦ ਕਰ ਲਏ ਹੈ, ਇਹ ਮਾਮਲਾ ਤਾਰਨ ਦੇ ਬਹਾਨੇ ਉਥੋਂ ਦੀ ਕਨਸੋਲ ਲੈਣ ਵਾਸਤੇ ਜਦੋਂ ਸਰਹੰਦ ਪਹੁੰਚੇ, ਕਚਹਿਰੀ ਦੇ ਹਾਲਾਤ ਇਹਨਾਂ ਨੂੰ ਮਾਲੂਮ ਹੋਏ। ਨਾਲ ਹੀ ਇੱਥੇ ਪਤਾ ਲੱਗਿਆ ਕਿ ਚਮਕੌਰ ਸਾਹਿਬ ਦੇ ਅੰਦਰ ਬਹੁਤ ਭਾਰੀ ਯੁੱਧ ਹੋਇਆ ਤੇ ਗੁਰੂ ਸਾਹਿਬ ਜੀ ਨੂੰ ਉੱਥੇ ਜਿਹੜਾ ਹੈ ਘੇਰਾ ਪਿਆ ਹੋਇਆ, ਸਾਹਿਬਜ਼ਾਦੇ ਸ਼ਹੀਦ ਹੋ ਗਏ ਹੈ। ਇਹਨਾਂ ਨੇ ਫਿਰ ਇੱਥੋਂ ਚਾਲਾ ਜਿਹੜਾ ਸੀ ਚਮਕੌਰ ਸਾਹਿਬ ਨੂੰ ਮਾਰਿਆ। ਜਦੋਂ ਇਹਨਾਂ ਨੂੰ ਇੱਥੇ ਆਇਆ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਕੂਚ ਕਰ ਗਏ ਹੈ ਤੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸ਼ਹੀਦ ਨੇ ਤੇ ਜਿਹੜੀ ਮੁਗਲੀਆ ਹਕੂਮਤ ਵਾ ਇਹਨਾਂ ਨੇ 20,000 ਦੇ ਕਰੀਬ ਸੈਨਾ ਉੱਥੇ ਛੱਡੀ ਹੋਈ ਹੈ ਕਿ ਸਾਹਿਬਜ਼ਾਦਿਆਂ ਦੇ ਸਰੀਰ ਦੀ ਅੰਤਮ ਕਿਰਿਆ ਕੋਈ ਨਾ ਕਰ ਸਕੇ। ਫੌਜ ਪਹਿਰਾ ਦੇ ਰਹੀ ਹੈ। ਜਿੰਨੇ ਵੀ ਇਹ ਵੱਡੇ ਵੱਡੇ ਸੂਬੇਦਾਰ ਸਨ, ਬਹੁਤ ਜ਼ਿਆਦਾ ਇਹਨਾਂ ਨੂੰ ਨਮੋਸ਼ੀ ਹੋਈ ਜਦੋਂ ਇਹ ਅੰਦਰ ਪ੍ਰਵੇਸ਼ ਕੀਤੇ ਸੀ ਗੜੀ ਦੇ ਅੰਦਰ। ਤੇ ਭਾਈ ਸੰਗਤ ਸਿੰਘ ਸਾਹਿਬ ਜੀ ਨੂੰ ਇੱਕ ਵਾਰੀ ਵੇਖ ਕਰਕੇ ਗੁਰੂ ਸਾਹਿਬ ਦਾ ਪੁਸ਼ਾਕਾ, ਸੱਚੇ ਪਾਤਸ਼ਾਹ ਦੀ ਕਲਗੀ ਸਾਹਿਬ, ਬੜੇ ਇਹਨਾਂ ਨੇ ਖੁਸ਼ੀ ਦੇ ਪ੍ਰਗਟਾਵੇ ਕੀਤੇ। ਪਰ ਜਦੋਂ ਪਹਾੜੀ ਰਾਜਿਆਂ ਨੇ ਕਿ ਜਿਹੜੇ ਸਤਿਗੁਰੂ ਜੀ ਦੇ ਕੋਲ ਆਉਂਦੇ ਰਹੇ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ, ਉਹਨਾਂ ਨੇ ਜਦੋਂ ਚਨਾਰੀ ਪਹਿਚਾਣ ਕਰਵਾਈ, ਉਹ ਕਹਿਣ ਲੱਗੇ ਨਹੀਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹਨ। ਉਸ ਸਮੇਂ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਫਿਰ ਗਮੀਆਂ 'ਚ ਬਦਲ ਗਈਆਂ ਸੀ ਤੇ ਜਿੰਨੇ ਪਹਾੜ ਦੇਸ਼ ਸੀ, ਜਿੰਨੇ ਤੁਰਕਾਂ ਦੇ ਇਲਾਕੇ ਹੈ, ਸਭ ਦੇ ਅੰਦਰ ਰੋਣਾ ਪਿੱਟਣਾ ਪੈ ਗਿਆ ਸੀ। ਏਡੀ ਵੱਡੀ ਗਿਣਤੀ ਵਿੱਚ ਤੁਰਕਾਂ ਦੀ ਫੌਜ ਮਰੀ ਸੀ, ਏਡੀ ਵੱਡੀ ਗਿਣਤੀ ਵਿੱਚ ਪਹਾੜੀ ਸੈਨਾ ਮਰੀ ਸੀ। ਤੇ ਜਿੱਧਰ ਨੂੰ ਵੀ ਇਹ ਜਾਂਦੇ ਹੈ, ਲੋਕ ਬਹੁਤ ਇਹਨਾਂ ਨੂੰ ਫਟਕਾਰਾਂ ਪਾਉਂਦੇ ਆ, ਦੁਤਕਾਰਦੇ ਆ। ਮਲੀਨ ਚਿੱਤ ਲੈ ਕੇ ਭੀਮ ਚੰਦ ਵੀ ਆਪਣੀ ਪਹਾੜ ਦੀ ਦਿਸ਼ਾ ਨੂੰ ਪਰਤਿਆ, ਸੂਬੇਦਾਰ ਆਪੋ ਆਪਣੀਆਂ ਰਿਆਸਤਾਂ ਨੂੰ ਪਰਤੇ ਤੇ ਇਉਂ ਲੱਗ ਰਿਹਾ ਸੀ ਜਿਵੇਂ ਬਹੁਤ ਜ਼ਿਆਦਾ ਇਹਨਾਂ ਦਾ ਸਭ ਕੁਝ ਹੀ ਲੁੱਟਿਆ ਗਿਆ ਹੋਵੇ। ਭਾਵੇਂ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਹਨਾਂ ਨੇ ਜੀ ਚਾਹੁੰਦਿਆਂ ਵੱਡਾ ਨੁਕਸਾਨ ਕਰਨਾ ਚਾਹਿਆ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਬਾਲ ਤੱਕ ਨਹੀਂ ਵਿੰਗਾ ਕਰ ਸਕੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਹੁਤ ਇਹਨਾਂ ਨੂੰ ਝੂਠਿਆਂ ਕਰਕੇ ਸੰਸਾਰ ਦੇ ਅੰਦਰ ਨਮੋਸ਼ੀ ਦਾ ਸਤਿਗੁਰਾਂ ਜੀ ਨੇ ਇਹਨਾਂ ਨੂੰ ਕਾਰਨ ਬਣਾਇਆ ਕਿ ਇਹਨਾਂ ਨਮੋਸ਼ੀ ਦਾ ਮੂੰਹ ਵੇਖਣਾ ਪਵੇ। ਮਲੀਨ ਚਿੱਤ ਲੈ ਕੇ ਆਪੋ ਆਪਣੇ ਥਾਵਾਂ ਤੇ ਮੁੜ ਗਏ ਤੇ ਜਿਸ ਵਕਤ ਭਾਈ ਤਲੋਕੇ ਨੂੰ, ਭਾਈ ਰਾਮੇ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਇੱਥੋਂ ਚਲੇ ਗਏ ਹੈ ਤੇ ਸਾਹਿਬਜ਼ਾਦਿਆਂ ਦੇ ਸਰੀਰ ਪਏ ਹੈ, ਇਹ ਮੁਗਲੀਆ ਹਕੂਮਤ ਸਾਹਿਬਜ਼ਾਦਿਆਂ ਦੇ ਸਰੀਰਾਂ ਦੀ ਅੰਤੋਂ ਕਿਰਿਆ ਨਹੀਂ ਕਰਨ ਦੇਣਾ ਚਾਹੁੰਦੀ। ਇਹਨਾਂ ਨੇ ਫਿਰ ਦਿਨ ਦੇ ਵਕਤ ਸਾਰੀ ਟੋਹ ਰੱਖੀ ਹੈ, ਜਿੱਥੇ ਯੁੱਧ ਹੋਇਆ ਉਸ ਥਾਂ ਦੇ ਉੱਤੇ ਪਾਗਲ ਬਣ ਕੇ ਵਿਚਰਦੇ ਰਹੇ ਹੈ। ਪਾਗਲਾਂ ਵਰਗਾ ਆਪਣਾ ਸਰੂਪ ਬਣਾ ਲਿਆ, ਮਿੱਟੀ ਘੱਟਾ ਡਾ ਡਾ ਕੇ ਪਾਈ ਜਾਂਦੇ ਹੈ ਤੇ ਸਿਪਾਹੀਆਂ ਨੇ ਇਹਨਾਂ ਨੂੰ ਪਾਗਲ ਸਮਝ ਕੇ ਕੁਝ ਨਹੀਂ ਆਖਿਆ। ਮੈਦਾਨੇ ਜੰਗ ਦੇ ਅੰਦਰ ਵਿਚਰਦਿਆਂ ਹੋਇਆਂ ਦਿਨੇ ਇਹਨਾਂ ਨੇ ਸਾਰੀ ਟੋਹ ਲਾ ਲਈ, ਕਿੱਥੇ ਕਿੱਥੇ ਸਿੰਘਾਂ ਦੇ ਸਰੀਰ ਪਏ ਹੈ, ਸਾਹਿਬਜ਼ਾਦਿਆਂ ਦੇ ਸਰੀਰ ਕਿੱਥੇ ਕੁ ਪਏ ਹੈ। ਜਦੋਂ ਫਿਰ ਰਾਤ ਦਾ ਵਕਤ ਹੋਇਆ ਤੇ ਇਹ ਜਿਹੜੇ ਸਰੀਰ ਸੀ ਇਕੱਠੇ ਕਰਕੇ ਭਾਈ ਤਲੋਕੇ ਨੇ, ਭਾਈ ਰਾਮੇ ਨੇ ਤੇ ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ, ਇਸ ਅਸਥਾਨ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰ ਜਿਹੜੇ ਸੀ ਵੱਡੀ ਚਿਖਾ ਸਜਾ ਕਰਕੇ, ਸਿੰਘਾਂ ਦੇ ਸਰੀਰ ਨਾਲ ਸਜਾ ਕਰਕੇ ਤੇ ਇੱਥੇ ਫਿਰ ਚੰਡਾ ਪ੍ਰਚੰਡ ਕੀਤਾ। ਬਹੁਤ ਜ਼ਿਆਦਾ ਬਲਦੀ ਹੋਈ ਅੱਗ ਵੇਖ ਕਰਕੇ ਜਦੋਂ ਸਿਪਾਹੀਆਂ ਨੂੰ ਪਤਾ ਲੱਗਾ ਕਿ ਤਾਂ ਕਿਸੇ ਨੇ ਸਿੰਘਾਂ ਦੇ ਸਰੀਰਾਂ ਦਾ ਅੰਤਮ ਸੰਸਕਾਰ, ਅੰਤਮ ਕਿਰਿਆ ਕਰ ਦਿੱਤੀ ਹੈ ਤੇ ਇਤਿਹਾਸਕਾਰਾਂ, ਇੱਕ ਦੋ ਇਤਿਹਾਸਕਾਰਾਂ ਦਾ ਵੀ ਜ਼ਿਕਰ ਆਉਂਦਾ ਕਿ ਬੀਬੀ ਹਰਸ਼ਰਨ ਕੌਰ ਕੀਰਤਨ ਸੋਲਾ ਪੜ੍ਹਦੀ ਨੂੰ ਉਸੇ ਚਿਖਾ ਵਿੱਚ ਸੁੱਟ ਕਰਕੇ ਸ਼ਹੀਦ ਕਰ ਦਿੱਤਾ ਸੀਗਾ। ਭਾਈ ਤਲੋਕਾ ਤੇ ਭਾਈ ਰਾਮਾ
ਇਹ ਸੇਵਾ ਇਹਨਾਂ ਨੂੰ ਪ੍ਰਾਪਤ ਹੋਈ। ਜਦੋਂ ਹਜੂਰ ਦਮਦਮਾ ਸਾਹਿਬ ਪਹੁੰਚੇ ਸੀਗੇ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇੱਥੇ ਪਹੁੰਚ ਕੇ ਇਹਨਾਂ ਨੇ ਦਰਸ਼ਨ ਕੀਤੇ ਸੀ। ਹਜੂਰ ਨੇ ਇਹਨਾਂ ਦੇ ਨਾਮ ਤੇ ਹੁਕਮਨਾਮਾ ਸਾਹਿਬ ਲਿਖਿਆ ਸੀਗਾ। ਉਹ ਹੁਕਮਨਾਮਾ ਸਾਹਿਬ ਪਟਿਆਲੇ ਦੇ ਅੰਦਰ ਜਿਹੜਾ ਹੈ ਅਜਾਇਬ ਘਰ ਦੇ ਅੰਦਰ ਮੌਜੂਦ ਹੈ। ਸੱਚੇ ਪਾਤਸ਼ਾਹ ਜੀ ਨੇ ਲਿਖਿਆ ਸੀ, ਭਾਈ ਤਲੋਕਾ ਤੇਰਾ ਘਰ ਸਾਡਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਕਿ ਤੁਹਾਨੂੰ ਮਿਲਣ ਨੂੰ ਸਾਨੂੰ ਤਾਂਘ ਹੈ। ਸੱਚੇ ਪਾਤਸ਼ਾਹ ਜੀ ਨੇ ਇਹ ਲਿਖਵਾਇਆ ਕਿ ਸ੍ਰੀ ਗੁਰੂ ਜੀ ਤੁਹਾਨੂੰ ਚੇਤੇ ਕਰਦੇ ਹੈ ਤੇ ਸਾਡੇ ਉੱਤੇ ਸਾਡੀ ਵਿਸ਼ੇਸ਼ ਖੁਸ਼ੀ ਹੈ ਤੇ ਸਾਡੇ ਦਰਸ਼ਨਾਂ ਨੂੰ ਆਉਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਫਿਰ ਬੁਲਾਇਆ ਸੀਗਾ ਤਾਂ ਇਹ ਹਜੂਰ ਦੇ ਦਰਸ਼ਨ ਇਹਨਾਂ ਦਮਦਮਾ ਸਾਹਿਬ ਪਹੁੰਚ ਕਰਕੇ ਕੀਤੇ ਸੀਗੇ। ਜਦੋਂ ਮਹਾਰਾਜ ਦੇ ਦਰਸ਼ਨਾਂ ਨੂੰ ਆਏ ਸੀ, ਸੱਚੇ ਪਾਤਸ਼ਾਹ ਨੇ ਉੱਠ ਕੇ ਮਾਣ ਕੀਤਾ ਤੇ ਗਰੀਬ ਨਵਾਜ ਨੇ ਆਪਣੇ ਕੰਠ ਲਾਇਆ। ਸਤਿਗੁਰਾਂ ਜੀ ਨੇ ਅੰਮ੍ਰਿਤ ਦੀ ਬਖਸ਼ਿਸ਼ ਕੀਤੀ। ਸਿੰਘ ਪਦ ਭਾਈ ਤਲੋਕੇ ਨੂੰ ਦਸ਼ਮੇਸ਼ ਜੀ ਤੋਂ ਪ੍ਰਾਪਤ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਭਾਈ ਤਲੋਕ ਸਿੰਘ ਤੇ ਭਾਈ ਰਾਮ ਸਿੰਘ ਇਹਨਾਂ ਦੇ ਨਾਮ ਹੋਏ। ਗਰੀਬ ਨਵਾਜ ਜੀ ਨੇ ਹੋਰ ਬੇਅੰਤ ਬਖਸ਼ਿਸ਼ਾਂ ਕੀਤੀਆਂ। ਸਤਿਗੁਰੂ ਜੀ ਦੇ ਦਿੱਤੇ ਹੋਏ ਹੱਥ ਲਿਖਤ ਹੁਕਮਨਾਮੇ ਸਾਹਿਬ ਦੇ ਉੱਤੇ ਇਹ ਵੀ ਦਰਜ ਹੈ ਕਿ ਅਸਾਂ ਤੁਹਾਨੂੰ ਸਿਰੋਪਾਓ ਦੀ ਬਖਸ਼ਿਸ਼ ਕਰਨੀ ਹੈ। ਸਾਡੀ ਬਹੁਤ ਮਿਹਰਬਾਨਗੀ ਹੈ ਤੁਹਾਡੇ ਉੱਪਰ, ਜਿਹਨੂੰ ਸਤਿਗੁਰੂ ਜੀ ਆਪ ਕਹਿਣ ਕਿ ਤੁਹਾਡੇ ਉੱਤੇ ਸਾਡੀ ਖੁਸ਼ੀ ਹੈ, ਮਿਹਰਬਾਨਗੀ ਹੈ, ਤੇ ਉਹਨਾਂ ਉੱਤੇ ਕੈਸੀ ਬਖਸ਼ਿਸ਼ ਹੋ ਸਕਦੀ ਹੈ। ਇਹ ਤਾਂ ਉਹ ਜਾਣਦੇ ਜਿਨ੍ਹਾਂ ਨੇ ਸਤਿਗੁਰਾਂ ਜੀ ਦੀ ਇਸ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਪੜਾਅ ਦਰ ਪੜਾਅ ਜਿਵੇਂ ਸਤਿਗੁਰੂ ਜੀ ਰਾਏ ਕੱਲੇ ਕੋਲ ਪਹੁੰਚਦੇ ਹੈ, ਇਹ ਆਪਾਂ ਸੰਖੇਪ ਜਿਹਾ ਹੁਣ ਸਰਵਣ ਕਰਕੇ ਫਿਰ ਜਿਹੜਾ ਹੈ ਨੂਰਾ ਮਾਹੀ ਉਹਦੇ ਰਸਨਾ ਤੋਂ ਇਤਿਹਾਸ ਨੇ ਜਿਹੜਾ ਹੈ ਸਰਹੰਦ ਦਾ ਸ਼ਹੀਦੀ ਸਾਕਾ ਕਿਹਾ। ਸੱਚੇ ਪਾਤਸ਼ਾਹ ਜੀ ਉੱਥੇ ਜਾ ਕਰਕੇ ਭੇਜਦੇ ਹੈ ਮਾਹੀ ਨੂੰ ਜਦੋਂ ਸਰਹੰਦ ਦੇ ਅੰਦਰ। ਉੱਥੋਂ ਆਪਾਂ ਇਹ ਜਿਹੜਾ ਇਤਿਹਾਸ ਜਿਹੜਾ ਹੈ ਸਰਹੰਦ ਦਾ ਸ਼ਹੀਦੀ ਸਾਕੇ ਦਾ ਜਿਹੜਾ ਹੈ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜੂਰ ਮਾਛੀਵਾੜੇ ਆਏ ਹੈ ਤੇ ਸਤਿਗੁਰਾਂ ਜੀ ਨੂੰ ਦਿਨ ਦਾ ਚੜ੍ਹਾਅ ਇੱਥੇ ਹੋਇਆ। ਜੋ ਗੁਰਦੁਆਰਾ ਚਰਨ ਕਮਲ ਸਾਹਿਬ ਹੈ, ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਯਾਦਗਾਰ, ਮਹਾਰਾਜ ਜੀ ਇੱਥੇ ਟਿੰਡ ਦਾ ਸਰਾਣਾ ਲਾ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਉਸ ਜੰਗਲ ਦੇ ਅੰਦਰ, ਉਸ ਬਾਗ ਦੇ ਅੰਦਰ ਬਰਾਜੇ ਹੈ। ਤੇ ਇਵੇਂ ਵੀ ਜ਼ਿਕਰ ਆਉਂਦਾ ਹੈ ਕਮੀਆਂ ਦੀ ਰਚਨਾ ਦਾ ਕਿ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇੱਥੇ ਆਏ ਸੀ ਮਹਾਰਾਜ, ਜਦੋਂ ਸਾਹਿਬਜ਼ਾਦਿਆਂ ਦੀ ਸਰਹੰਦ ਵਿੱਚ ਸ਼ਹਾਦਤ ਹੋ ਜਾਂਦੀ ਹੈ ਤੇ ਮਹਾਰਾਜ ਜੀ ਨੂੰ ਸਾਹਿਬਜ਼ਾਦਿਆਂ ਦੀਆਂ ਰੂਹਾਂ ਇੱਥੇ ਸੱਚਖੰਡ ਜਾਣ ਲੱਗਿਆਂ ਮਿਲੀਆਂ ਨੇ। ਤੇ ਜਦੋਂ ਰੂਹਾਂ ਦਾ ਮਿਲਾਪ ਹੋਇਆ, ਇੱਕ ਕਵੀ ਭਾਈ ਨਿਹਾਲ ਸਿੰਘ ਜੀ ਉਹਨਾਂ ਨੇ ਜ਼ਿਕਰ ਕੀਤਾ ਕਿ ਸੱਚੇ ਪਾਤਸ਼ਾਹ ਜੀ ਨੂੰ ਸਾਹਿਬਜ਼ਾਦਿਆਂ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਪਰਮ ਪੁਰਖ ਪਰਮੇਸ਼ਰ ਨੂੰ ਆਪ ਜੀ ਦਾ ਕੀ ਸੁਨੇਹਾ ਦਈਏ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਦੋਂ ਸਾਹਿਬਜ਼ਾਦਿਆਂ ਨੂੰ ਸੰਬੋਧਨ ਹੋ ਕਰਕੇ ਕਿਹਾ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬਜ਼ਾਦਿਆਂ ਨੂੰ ਸੰਬੋਧਨ ਹੋ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਵਾਕ ਆਪਣੇ ਮੁਖ ਤੋਂ ਗਰੀਬ ਨਵਾਜ ਨੇ ਕਹੇ। ਜਦੋਂ ਸੱਚੇ ਪਾਤਸ਼ਾਹ ਜੀ ਕਈਆਂ ਦਿਨਾਂ ਦੇ ਉਨੀਂਦਰੇ ਟਿੰਡ ਦਾ ਸਰਾਣਾ ਲਾ ਕੇ ਸੱਚੇ ਪਾਤਸ਼ਾਹ ਜੀ ਬਰਾਜੇ ਹੋਏ ਸੀਗੇ ਤੇ ਉਸ ਤਾਰੇ ਦੀ ਸੇਧ ਨਾਲ ਲੱਭਦੇ ਹੋਏ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਜਦੋਂ ਇੱਧਰ ਉੱਧਰ ਵਿਚਰ ਰਹੇ ਸੀ, ਸਤਿਗੁਰਾਂ ਜੀ ਦਾ ਕੋਈ ਜਿਹੜਾ ਇਹਨਾਂ ਨੂੰ ਪੈੜ ਨਹੀਂ ਸੀ ਲੱਭ ਰਹੀ, ਪਤਾ ਨਹੀਂ ਸੀ ਲੱਗ ਰਿਹਾ, ਬੜੇ ਮਨ ਵਿੱਚ ਵਿਆਕੁਲ ਸਨ। ਜਦੋਂ ਸੂਰਜ ਆਪਣੀ ਆਪਾ ਲੈ ਕੇ ਪ੍ਰਤਾਪਮਾਨ ਹੋਇਆ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਰਾਜੇ ਹੋਏ ਸੀ ਨਾ, ਮਹਾਰਾਜ ਦੇ ਅੰਗੂਠੇ ਵਿੱਚ, ਜਿਸ ਨੂੰ ਅੰਗੂਠੀ ਕਹਿੰਦੇ ਹੈ, ਜਿਹਦੇ ਨਾਲ ਮਹਾਰਾਜ ਬਾਗੜ ਨੂੰ ਖਿੱਚ ਕੇ ਤੇ ਜਿਹੜਾ ਸੀ ਤੰਦੀ ਚਿੱਲਾ ਖਿੱਚ ਕੇ ਤੀਰ ਛੱਡਿਆ ਕਰਦੇ ਸੀ, ਉਹ ਚਮੜੇ ਦੀ ਸੀ। ਤੇ
ਤੇ ਉਂਗਲ ਦੇ ਵਿੱਚ ਵੀ ਜਿਹੜੀ ਸੱਜੇ ਹੱਥ ਦੀ ਪਹਿਲੀ ਉਂਗਲ ਆ ਉੱਥੇ ਵੀ ਮਹਾਰਾਜ ਸਾਹਿਬ ਜੀ ਚਮੜੇ ਦੀ ਜਿਹੜੀ ਸੀ ਉਹ ਛਾਪ ਵਰਗਾ ਜਿਹੜਾ ਹੁੰਦਾ ਉਹਨੂੰ ਪਾਇਆ ਕਰਦੇ, ਕਿਉਂਕਿ ਤੀਰ ਚਲਾਉਣ ਨਾਲ ਫਿਰ ਉਂਗਲੀਆਂ ਤੇ ਅਟਣ ਨਹੀਂ ਪੈਂਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਹੜਾ ਅੰਗੂਠੇ ਵਿੱਚ ਉਹ ਪਹਿਰਿਆ ਹੋਈ ਸੀ ਚਮੜੇ ਦਾ, ਉਹਦੇ ਦੂਸਰੇ ਪਾਸੇ ਬੜਾ ਬੇਸ਼ਕੀਮਤੀ ਹੀਰਾ ਲੱਗਾ ਹੋਇਆ ਸੀ। ਤੇ ਸਤਿਗੁਰਾਂ ਜੀ ਨੇ ਜਦੋਂ ਹਸਤ ਕਮਲ ਆਪਣਾ ਮਸਤਕ ਦੇ ਉੱਤੇ ਜਿਹੜੀ ਇਹ ਬਾਜੂ ਰੱਖੀ ਹੋਈ ਹੈ, ਚੜ੍ਹਦੇ ਸੂਰਜ ਦੀਆਂ ਕਿਰਨਾਂ ਜਦੋਂ ਉਸ ਲਾਲ ਦੇ ਅੰਦਰ ਪਈਆਂ ਨੇ ਤੇ ਉਸ ਦੀ ਜਗਮਗਾਹਟ ਜਿਹੜੀ ਆ ਉਹਦੇ ਝਲਕਾਰੇ ਪੈਣ ਲੱਗੇ। ਤੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਜਦੋਂ ਬੇਸ਼ਕੀਮਤੇ ਲਾਲ ਦਾ ਝਲਕਾਰਾ ਵੇਖਿਆ ਨਾ, ਤੇ ਭਾਈ ਦਇਆ ਸਿੰਘ ਜੀ ਨੂੰ ਪਤਾ ਲੱਗ ਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੀ ਜਿਹੜਾ ਹੈ ਕਮਰ ਕੱਸੇ ਦਾ ਕੋਈ ਸ਼ਸਤਰ ਹੈ, ਜਿਸ ਦਾ ਜਿਹੜਾ ਝਲਕਾਰਾ ਪੈ ਰਿਹਾ ਹੈ। ਭਾਈ ਦਇਆ ਸਿੰਘ ਸਾਹਿਬ ਜੀ ਉਸ ਸੇਧ ਨਾਲ ਜਦੋਂ ਚੱਲਦੇ ਹੋਏ ਆਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਾਹਮਣੇ ਬਰਾਜਿਆ ਹੋਇਆ ਵੇਖਿਆ। ਤਿੰਨੇ ਸਿੰਘ ਜਦੋਂ ਉਸੇ ਦਿਸ਼ਾ ਵਿੱਚ ਆ ਨਿਕਲੇ, ਭਾਈ ਦਇਆ ਸਿੰਘ ਜੀ ਅੱਗੇ ਹੋਣ ਲੱਗੇ। ਭਾਈ ਮਾਨ ਸਿੰਘ ਜੀ ਨੇ ਆਖਿਆ, ਭਾਈ ਦਇਆ ਸਿੰਘ ਜੀ, ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਨੰਗੀ ਸ੍ਰੀ ਸਾਹਿਬ ਹੈ, ਮਹਾਰਾਜ ਬਰਾਜੇ ਹੋਏ ਹੈ, ਬਰਾਜਿਆਂ ਹੋਇਆ ਕੋਈ ਵੀ ਹਰਕਤ ਸਰੀਰ ਦੇ ਪਾਸ ਹੋਈ ਤੇ ਸਿੱਧਾ ਵਾਰ ਗਰਦਨ ਤੇ ਆਏਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਸਾਨੂੰ ਜਿਹੜਾ ਹੈ ਕਿਸੇ ਹੋਰ ਤਰੀਕੇ ਨਾਲ ਜਾਣਾ ਚਾਹੀਦਾ ਜਾਂ ਦੂਰੋਂ ਆਵਾਜ਼ ਮਾਰ ਕੇ ਉਠਾਉਣਾ ਚਾਹੀਦਾ, ਪਰ ਭਾਈ ਦਇਆ ਸਿੰਘ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਨੂੰ ਦੂਰੋਂ ਆਵਾਜ਼ ਮਾਰ ਕੇ ਉਠਾਉਣ ਵਿੱਚ ਸਤਿਕਾਰ ਨਹੀਂ ਸਮਝਿਆ। ਦਿਲ ਦੀ ਪ੍ਰੀਤ ਦੀ ਭਾਵਨਾ ਨਾਲ ਸੱਚੇ ਪਾਤਸ਼ਾਹ ਦੇ ਚਰਨ ਜਾ ਕਰਕੇ ਪਕੜ ਲਏ। ਤੇ ਜਦੋਂ ਮਹਾਰਾਜ ਦੇ ਚਰਨਾਂ ਨੂੰ ਪਲੋਸਿਆ, ਭਾਈ ਮਾਨ ਸਿੰਘ ਜੀ ਭਾਵੇਂ ਮਨ ਵਿੱਚ ਇਹ ਸੋਚ ਰਹੇ ਸਨ, ਕਿਉਂਕਿ ਸਤਿਗੁਰੂ ਜੀ ਉਸੇ ਹੀ ਮੁਦਰਾ ਵਿੱਚ ਬਰਾਜਿਆ ਕਰਦੇ। ਚਾਹੇ ਮਹਾਰਾਜ ਸਾਹਿਬ ਜੀ ਆਨੰਦਗੜ੍ਹ ਸਾਹਿਬ ਕਿਲੇ ਦੇ ਅੰਦਰ 25 ਸਿੰਘਾਂ ਦੇ ਪਹਿਰੇ ਥੱਲੇ ਬਰਾਜਦੇ, ਤਾਂ ਵੀ ਨੰਗੀ ਸ੍ਰੀ ਸਾਹਿਬ ਹੱਥ ਵਿੱਚ ਲੈ ਕੇ ਬਰਾਜਿਆ ਕਰਦੇ। ਤੇ ਜਦੋਂ ਨੰਦੇੜ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਨੂੰ ਗੁਲ ਖਾਂ ਨੇ ਪਠਾਨ ਨੇ ਵਾਰ ਮਾਰਿਆ ਸੀ ਛੁਰੇ ਦਾ, ਉਦੋਂ ਵੀ ਹਜੂਰ ਸ੍ਰੀ ਸਾਹਿਬ ਨੰਗੀ ਹੱਥ ਵਿੱਚ ਲੈ ਕੇ ਬਰਾਜੇ ਹੋਏ ਸੀ। ਕਿ ਝਟਕੇ ਨਾਲ ਗੁਲ ਖਾਂ ਦਾ ਸਿਰ ਲਾ ਦਿੱਤਾ ਸੀ ਸੱਚੇ ਪਾਤਸ਼ਾਹ ਨੇ। ਪਰ ਭਾਈ ਦਇਆ ਸਿੰਘ ਸਾਹਿਬ ਤਾਂ ਜਿਨ੍ਹਾਂ ਨਾਲ ਸਤਿਗੁਰੂ ਜੀ ਅੰਦਰੋਂ ਇੱਕਮਿਕ ਨੇ, ਜਿਹੜੇ ਭਾਈ ਦਇਆ ਸਿੰਘ ਸਾਹਿਬ ਜੀ ਜਾਣਦੇ ਆ ਕਿ ਮੇਰੇ ਸਤਿਗੁਰੂ ਜੀ ਤਾਂ ਦੁਨੀਆ ਦੇ ਵੇਖਣ ਨੂੰ ਬਰਾਜੇ ਹੋਏ ਹੈ, ਪਰ ਸਤਿਗੁਰੂ ਜੀ ਤਾਂ ਸਤਿਗੁਰ ਜਾਗਤਾ ਹੈ ਦਿਓ, ਮਹਾਰਾਜ ਤਾਂ ਸਦਾ ਹੀ ਜਾਗਦੇ ਆ ਗਰੀਬ ਨਿਵਾਸ ਸੱਚੇ ਪਾਤਸ਼ਾਹ। ਤਾਂ ਜਦੋਂ ਭਾਈ ਦਇਆ ਸਿੰਘ ਸਾਹਿਬ ਨੇ ਮਹਾਰਾਜ ਦੇ ਚਰਨਾਂ ਨੂੰ ਪਰਸਿਆ ਨਾ, ਸਤਿਗੁਰਾਂ ਜੀ ਨੇ ਨੇਤਰ ਖੋਲੇ ਤੇ ਹਜੂਰ ਮੁਸਕਰਾਏ ਹੈ। ਕਿਹਾ, ਖਾਲਸਾ ਜੀ ਆਪ ਪਹੁੰਚੇ ਹੋ। ਜਦੋਂ ਮਹਾਰਾਜ ਮੁਸਕਰਾਏ ਹੈ, ਸਿੰਘਾਂ ਦੇ ਨੇਤਰਾਂ ਵਿੱਚ ਬਰਾਗ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਸੱਚੇ ਪਾਤਸ਼ਾਹ ਦੇ ਆਲੇ ਦੁਆਲੇ ਇੰਨੀ ਚਹਿਲ ਪਹਿਲ, ਸ਼੍ਰੀ ਆਨੰਦਪੁਰ ਸਾਹਿਬ ਦੇ ਮਖਮਲੀ ਸੇਜਾਂ, ਸੁੰਦਰ ਤਖਤ, ਉਹ ਚੌਰ ਸਾਹਿਬ, ਉਹ ਚੰਦੋਆ ਸਾਹਿਬ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇੰਨੀ ਜ਼ਿਆਦੀ ਪ੍ਰਭਤਾ ਸੋਭਾ ਅੱਜ ਵੇਖ ਰਹੇ ਆ। ਸਤਿਗੁਰੂ ਜੀ ਸੱਥਰ ਤੇ ਬਰਾਜੇ ਹੋਏ ਗਰੀਬ ਨਵਾਜ, ਧਰਤੀ ਦੀ ਸੱਚੇ ਪਾਤਸ਼ਾਹ ਜੀ ਗੋਦ ਵਿੱਚ ਬਰਾਜੇ ਹੋਏ ਨੇ। ਤੇ ਫਕੀਰਾਂ ਵਾਲਾ ਸਤਿਗੁਰਾਂ ਜੀ ਦਾ ਬਾਣਾ ਏ, ਤੇ ਉਹ ਵੀ ਝਾੜੀਆਂ ਵਿੱਚ ਵੱਜਦਾ ਹੋਇਆ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਬਾਣਾ ਵੀ ਲੀਰੋ ਲੀਰ ਹੋਇਆ। ਹਜੂਰ ਦੇ ਚਰਨ ਵੀ ਉਹਨਾਂ ਨੂੰ ਸੋਜਿਸ਼ ਪੈ ਚੁੱਕੀ ਹੈ, ਚਰਨਾਂ ਵਿੱਚ ਫਲੂਹੇ ਬਣੇ ਹੋਏ ਹੈ ਤੇ ਕੰਡੇ ਵੱਜੇ ਹੋਏ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜੂਰ ਨੇ ਫਿਰ ਪੁੱਛਿਆ ਹੈ ਕਿ ਇਹ ਸਾਹਮਣੇ ਬਾਗ ਕਿਹਦਾ ਹੈ, ਉੱਥੇ ਇੱਕ ਨੌਕਰ ਸੀਗਾ ਮੱਝਾਂ ਚਾਰਨ ਵਾਲਾ, ਉਹਨੂੰ ਫਿਰ ਭਾਈ ਮਾਨ ਸਿੰਘ ਜੀ ਲੈ ਕੇ ਆਏ। ਤੇ ਉਸ ਨੂੰ ਜਦੋਂ ਲੈ ਕੇ ਆਏ, ਉਹਨੂੰ ਵੇਖ ਲਿਆ, ਕਿਉਂਕਿ ਇਹ ਗੁਲਾਬੇ ਮਸੰਦ ਦਾ ਬਾਗ ਸੀ ਤੇ ਉਹਦਾ ਹੀ ਇਹ ਨੌਕਰ ਸੀਗਾ। ਉਹਨੂੰ ਪਤਾ ਲੱਗ ਗਿਆ ਕਿ ਸ਼ਾਇਦ ਹੋਵੇ ਨਾ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੋਣ, ਪਰ ਅਨੁਮਾਨ ਲਾਉਂਦਾ ਕੋਈ ਸਿੰਘ ਹੋਣਗੇ। ਸੱਚੇ ਪਾਤਸ਼ਾਹ ਜੀ ਨੇ ਮੌਕੇ ਦੀ ਨਜਾਕਤ ਨੂੰ ਵੇਖਦਿਆਂ ਕਿਹਾ ਕਿ ਇਸ ਬਾਗ ਦਾ ਜਿਹੜਾ ਆਡਾ ਏ ਉਹ ਆਪਾਂ ਲਈਏ, ਜੇ ਕਿਤੇ ਦੁਸ਼ਮਣ ਨੂੰ ਪਤਾ ਲੱਗੇ ਤੇ ਇਹਦੇ ਅੰਦਰ ਹੀ ਆਪਾਂ ਬਾਗ ਦੀ ਜਿਹੜੀ ਵਾੜ ਹੈ ਬਣਾਈ ਹੋਈ, ਇਹਦਾ ਆਡਾ ਲੈ ਕਰਕੇ ਤੇ ਯੁੱਧ ਕਰ ਸਕਾਂਗੇ। ਫਿਰ ਕਹਿੰਦੇ ਆ ਕਿ ਭਾਈ ਧਰਮ ਸਿੰਘ ਜੀ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਿਹੜਾ ਸੀ ਪੈਰਾਂ ਦੀ ਸੋਜਿਸ਼ ਕਰਕੇ ਆਪਣੇ ਕੰਧਿਆਂ ਦਾ ਜਿਹੜਾ ਆਸਰਾ ਦਿੱਤਾ ਹੈ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਲੈ ਕਰਕੇ ਬਾਗ ਵਿੱਚ ਆਏ ਹੈ। ਇੱਥੇ ਜਿਵੇਂ ਉਹਨਾਂ ਨੇ
ਮਹਾਰਾਜ ਜੀ ਦੇ ਜੀਵਨ ਤੇ ਫਿਲਮਾਂਕਣ ਕੀਤਾ ਨਾ, ਤੇ ਕੁਝ ਸੀਨ ਜਿਹੜੇ ਇਤਿਹਾਸ ਤੋਂ ਚੁੱਕੇ, ਭਾਵੇਂ ਕਿ ਸਾਰਾ ਤਾਂ ਉਹ ਨਹੀਂ ਦਿਖਾ ਸਕੇ, ਤੇ ਸਤਿਗੁਰੂ ਜੀ ਦਾ ਇਤਿਹਾਸ ਫਿਲਮ ਵਿੱਚ ਫਿਲਮਾਂਕਣ ਕੀਤਾ ਹੀ ਨਹੀਂ ਜਾ ਸਕਦਾ। ਐਡੀ ਵੱਡੀ ਦਿੱਤੀ ਹੋਈ ਕੁਰਬਾਨੀ ਨੂੰ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਐਡੇ ਮਹਾਯੁੱਧ ਨੂੰ ਇੱਕ ਫਿਲਮ ਵਿੱਚ ਕਿਵੇਂ ਫਿਲਮਾਂਕਣ ਕੀਤਾ ਜਾ ਸਕਦਾ ਹੈ? ਨਾਮੁਮਕਿਨ ਬਾਤ ਹੈ। ਸਤਿਗੁਰੂ ਜੀ ਜਿਹੜਾ ਉਹ ਬਾਗ ਸੀ ਨਾ, ਉਹਦੇ ਵਿੱਚ ਇੱਕ ਪਾਣੀ ਦਾ ਨਾਲਾ ਚੱਲਦਾ ਸੀ। ਸਤਿਗੁਰੂ ਜੀ ਉਹਦੇ ਵਿੱਚ ਚਰਨ ਡੋਬ ਕੇ ਗਰੀਬ ਨਵਾਜ ਕੁਝ ਸਮਾਂ ਬੈਠੇ ਹੈ, ਕਿਉਂਕਿ ਠੰਡੇ ਪਾਣੀ ਦੀ ਟਕੋਰ ਦੇ ਨਾਲ ਕੁਝ ਸੋਜਿਸ਼ ਦਾ ਜਿਹੜਾ ਹੈ ਆਰਾਮ ਆ ਜਾਂਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਦੀ ਬਾਬਤ ਉਸ ਨੌਕਰ ਨੇ ਜਾ ਕਰਕੇ ਫਿਰ ਗੁਲਾਬੇ ਮਸੰਦ ਨੂੰ ਦੱਸਣਾ ਵਿਸਥਾਰ ਸਹਿਤ ਹੈ, ਪਰ ਮੈਂ ਸੰਖੇਪ ਰੂਪ 'ਚ ਬੇਨਤੀ ਕਰਾਂਗਾ, ਕਿਉਂਕਿ ਆਪਾਂ ਇਤਿਹਾਸ ਦੇ ਉਸ ਪ੍ਰਸੰਗ ਤੇ ਪਹੁੰਚ ਜਾਈਏ। ਫਿਰ ਜਿੰਨੇ ਦਿਨ ਬਚਣਗੇ ਆਪਾਂ ਸਰਹੰਦ ਦਾ ਸ਼ਹੀਦੀ ਸਾਕਾ ਜਿਹੜਾ ਉਹ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਲਾਬਾ ਮਸੰਦ ਫਿਰ ਬੇਨਤੀ ਕਰਕੇ ਆਪਣੇ ਘਰ ਲੈ ਗਿਆ। ਮਹਾਰਾਜ ਜੀ ਨੇ ਗੁਲਾਬੇ ਮਸੰਦ ਦੇ ਚੁਬਾਰੇ ਵਿੱਚ ਉਤਾਰਾ ਕੀਤਾ। ਗਰੀਬ ਨਵਾਜ ਜੀ ਨੇ ਇੱਥੇ ਕਈ ਦਿਨਾਂ ਬਾਅਦ ਸਤਿਗੁਰਾਂ ਜੀ ਨੇ ਕਮਰ ਕੱਸਾ ਜਦੋਂ ਖੋਲ੍ਹਿਆ, ਇਸ਼ਨਾਨ ਸੋਧਿਆ ਹੈ। ਭਾਈ ਦਇਆ ਸਿੰਘ ਸਾਹਿਬ, ਭਾਈ ਮਾਨ ਸਿੰਘ ਜੀ, ਭਾਈ ਧਰਮ ਸਿੰਘ ਜੀ ਨੇ ਸੱਚੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਵਾਇਆ। ਤੇ ਇੱਥੇ ਕਵਿਰਾਜ ਜੀ ਨੇ ਇੱਕ ਜ਼ਿਕਰ ਕੀਤਾ ਕਿ ਮਹਾਰਾਜ ਜੀ ਜਦੋਂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹੈ ਪੇਟੀ ਲੱਗੀ ਹੋਈ ਚਮੜੇ ਦੀ, ਤੇ ਫਿਰ ਉਹ ਖੋਲੀ, ਕਮਰ ਕੱਸਾ ਖੋਲਿਆ। ਜਦੋਂ ਕਮਰ ਕੱਸਾ ਖੋਲਿਆ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਮਰ ਕੱਸਾ ਇੰਨਾ ਖਿੱਚ ਕੇ ਲਾਇਆ ਸੀਗਾ ਕਿ ਜਿਹੜਾ ਕਸ਼ਹਿਰੇ ਦਾ ਨਾਲਾ ਹੁੰਦਾ ਉਹ ਥੋੜਾ ਸਰੀਰ ਵਿੱਚ ਖੁੱਭਿਆ ਹੋਇਆ ਸੀ। ਤੇ ਭਾਈ ਦਇਆ ਸਿੰਘ ਸਾਹਿਬ ਨੇ ਹੌਲੀ ਹੌਲੀ ਜਲ ਪਾ ਕਰਕੇ ਤੇ ਉਹਨੂੰ ਜਿਹੜਾ ਸੀ ਸਰੀਰ ਵਿੱਚੋਂ ਕੱਢਿਆ, ਗਿੱਲਾ ਕਰ ਕਰਕੇ, ਜਿਵੇਂ ਜੇ ਖਿੱਚਦੇ ਸੀਗੇ ਤੇ ਖੂਨ ਦੀ ਧਾਰਾ ਚੱਲਦੀ ਸੀ। ਹੌਲੀ ਹੌਲੀ ਗਿੱਲਾ ਕਰਦਿਆਂ ਹੋਇਆਂ ਭਾਈ ਦਇਆ ਸਿੰਘ ਸਾਹਿਬ ਜੀ ਨੇ ਉਸ ਨੂੰ ਹਟਾਇਆ। ਸਤਿਗੁਰੂ ਜੀ ਇਸ਼ਨਾਨ ਕੀਤਾ, ਸੁੱਕੇ ਵਸਤਰ ਧਾਰਨ ਕੀਤੇ ਤੇ ਮਹਾਰਾਜ ਪਣਗੇ ਤੇ ਸੱਜ ਬੈਠੇ। ਉੱਥੇ ਪ੍ਰਸ਼ਾਦ ਪਾਣੀ ਸੱਚੇ ਪਾਤਸ਼ਾਹ ਜੀ ਨੂੰ ਛਕਾਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ ਕਿ ਜਿਹੜਾ ਗੁਲਾਬਾ ਮਸੰਦ ਸੀ ਨਾ ਉਹ ਡਰ ਗਿਆ। ਡਰੇ ਹੋਏ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ 5 ਪੈਸੇ 5 ਰੁਪਈਏ ਘਿਓ ਇਸ ਪ੍ਰਕਾਰ ਗੁੜ ਦੀ ਰੋੜੀ ਤੇ ਦਸਤਾਰ ਲਿਆ ਕੇ ਨਾ ਚੁਬਾਰੇ ਦੇ ਅੰਦਰ ਆ ਗਿਆ। ਮਹਾਰਾਜ ਕਹਿੰਦੇ ਗੁਲਾਬਿਆ ਇਹ ਕੀ ਹੈ? ਸੱਚੇ ਪਾਤਸ਼ਾਹ ਜੀ ਨੂੰ ਵਧਾਈਗੀ ਦੇਣ ਆਇਆ। ਗਰੀਬ ਨਵਾਜ ਕਹਿੰਦੇ ਗੁਲਾਬਿਆ ਤੂੰ ਸਾਨੂੰ ਵਧਾਈਗੀ ਦੇਣ ਆਇਆ ਹੈ? ਹਾਂ ਮਹਾਰਾਜ, ਮੈਂ ਬਹੁਤ ਗਰੀਬ ਆ, ਮਾੜਾ ਹਾਂ, ਮਾਰਿਆ ਜਾਵਾਂਗਾ। ਚੱਪਾ ਚੱਪਾ ਤਾਂ ਮਹਾਰਾਜ ਆਪ ਜੀ ਨੂੰ ਛਾਣਬੀਨ ਕਰ ਰਿਹਾ ਹੈ। ਤੁਰਕ ਸਿਪਾਹੀ ਹਰਲ ਹਰਲ ਕਰਦੇ ਫਿਰਦੇ ਹੈ। ਮਹਾਰਾਜ ਆਪ ਮੇਰੇ ਤੇ ਰਹਿਮਤ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਲਾਬਿਆ ਜਿਹਦਾ ਗੁਰੂ ਸਮਰੱਥ ਹੋਵੇ ਤਾਂ ਸਿੱਖ ਨਹੀਂ ਮਾੜਾ ਹੋ ਸਕਦਾ। ਕਹਿਣ ਲੱਗਾ ਨਹੀਂ ਮਹਾਰਾਜ ਮੈਂ ਮਾੜਾ ਹਾਂ। ਸਤਿਗੁਰਾਂ ਜੀ ਨੇ ਫਿਰ ਕਿਹਾ ਗੁਲਾਬਿਆ ਤੂੰ ਮਾੜਾ ਨਾ ਹੋ, ਜੋਰਾਵਰ ਪਦਵੀ ਲੈ। ਕਹਿੰਦਾ ਨਹੀਂ ਮਹਾਰਾਜ ਮਾੜਾ ਹਾਂ। ਹਜੂਰ ਕਹਿੰਦੇ ਚੰਗਾ ਮਾੜਾ ਤੇ ਰਹੋ ਮਾੜਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਕਹੇ ਸੀ, ਕਿਉਂਕਿ ਗੁਲਾਬੇ ਨੇ ਉਹਨਾਂ ਸਤਿਗੁਰਾਂ ਜੀ ਨੂੰ ਵੇਖੋ ਵਧਾਈਗੀ ਦੇਣੀ ਚਾਹੀ ਹੈ ਜਿਨ੍ਹਾਂ ਦੇ ਤਾਂ ਇੱਕ ਗੁਰਸਿੱਖ ਨੂੰ ਜਿਹਦੇ ਉੱਤੇ ਸਤਿਗੁਰੂ ਕਿਰਪਾ ਧਰੀ ਹੋਵੇ, ਜੇ ਉਹ ਇਹੋ ਜੀ ਬਖਸ਼ਿਸ਼ ਦਾ ਪਾਤਰ ਹੋਵੇ ਤੇ ਉਹਦੇ ਚਰਨਾਂ ਨੂੰ ਲੁਕਾਈ ਤਰਸਦੀ ਹੈ। ਤੇ ਕੈਸੇ ਖੋਟੇ ਭਾਗ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵਧਾਈਗੀ ਦੇਣ ਵਾਸਤੇ ਇਹਨੇ ਜਿਹੜਾ ਸੀ ਡਰ ਗਿਆ, ਭੈ ਕੀਤਾ। ਤੇ ਹਜੂਰ ਨੇ ਫਿਰ ਇਹ ਵਾਕ ਕਹਿ ਤੇ ਚੰਗਾ ਮਾੜਾ ਤੇ ਰਹੋ ਮਾੜਾ। ਮਹਾਰਾਜ ਜੀ ਨੇ ਫਿਰ ਕਿਹਾ, ਉਦੋਂ ਭੇਦ ਦੱਸਿਆ ਸਤਿਗੁਰਾਂ ਜੀ ਨੇ। ਭਾਈ ਦਇਆ ਸਿੰਘ ਨੂੰ ਆਖਿਆ ਕਿ ਫਲਾਣੇ ਥਾਂ ਤੇ 2 ਸਾਡੇ ਸਿੱਖ ਰਹਿੰਦੇ ਐ, ਉਹ ਗਨੀ ਖਾਂ ਤੇ ਨਬੀ ਖਾਂ, ਵੇਖ ਲਓ ਵੀ ਮੁਸਲਮਾਨ ਨੇ। ਸਤਿਗੁਰਾਂ ਜੀ ਨੇ ਉਹਨਾਂ ਨੂੰ ਕੋਲ ਬੁਲਾਇਆ, ਸਾਰਾ ਭੇਦ ਦੱਸਿਆ। ਉਹਨਾਂ ਧੰਨ ਭਾਗ ਸਮਝੇ ਜਦੋਂ ਮਹਾਰਾਜ ਜੀ ਦਾ ਦਰਸ਼ਨ ਹੋਇਆ। ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਮੁਤਾਬਕ ਪਲੰਘਾ ਤਿਆਰ ਕੀਤਾ ਗਿਆ ਤੇ ਫਿਰ ਇੱਕ ਬਿਰਧ ਮਾਤਾ ਹੈ ਮਾਛੀਵਾੜੇ ਦੀ, ਉਹਨੂੰ ਸਤਿਗੁਰਾਂ ਜੀ ਨੇ ਭਾਈ ਦਇਆ ਸਿੰਘ ਸਾਹਿਬ ਨੂੰ ਆਖਿਆ ਤੇ ਉਹਨੂੰ ਕੋਲ ਬੁਲਾਇਆ। ਤੇ ਇਹ ਉਹ ਮਾਤਾ ਜਦੋਂ ਮਹਾਰਾਜ ਚਮਕੌਰ ਸਾਹਿਬ ਇੱਕ ਵਾਰ ਰੁਕੇ ਹੋਏ ਸਨ, ਇੱਥੇ ਮਹਾਰਾਜ ਵਾਸਤੇ ਸੂਤ ਦਾ ਬਰੀਕ ਬਸਤਰ ਲੈ ਕੇ ਆਈ ਸੀ। ਤੇ ਮਹਾਰਾਜ ਨੇ ਆਖਿਆ ਸੀ ਮਾਤਾ ਅਸੀਂ ਤੇਰੇ ਕੋਲੋਂ ਆਪ ਆ ਕੇ ਇਹ ਬਸਤਰ ਪ੍ਰਾਪਤ ਕਰਾਂਗੇ, ਹੁਣ ਤੂੰ ਲੈ ਜਾ। ਇਹ ਮਾਛੀਵਾੜੇ ਦੇ ਰਹਿਣ ਵਾਲੀ ਸੀ, ਕੀ ਜਾਣਦੀ ਸੀ ਸੱਚੇ ਪਾਤਸ਼ਾਹ ਜੀ ਦੇ ਕੌਤਕਾਂ ਨੂੰ।
ਜਦੋਂ ਮਹਾਰਾਜ ਸਰਬੰਸੀ ਲੁਟਾ ਆਏ ਹੈ, ਸੱਚੇ ਪਾਤਸ਼ਾਹ ਨੇ ਇਸ ਬਿਰਧ ਮਾਤਾ ਨੂੰ ਉਸ ਸਮੇਂ ਬੁਲਾਇਆ। ਇਹ ਲੈ ਕਰਕੇ ਆਈ ਬਸਤਰ, ਹਜੂਰ ਦਾ ਦਰਸ਼ਨ ਕਰਕੇ ਧਨ ਹੋ ਗਈ। ਸੱਚੇ ਪਾਤਸ਼ਾਹ ਜੀ ਦੇ ਬਾਬਤ ਖਬਰਾਂ ਤਾਂ ਸੁਣੀਆਂ ਸੀ, ਮਨ ਵਿੱਚ ਸੋਚਦੀ ਸੀ ਕਿ ਹੁਣ ਗੁਰੂ ਸਾਹਿਬ ਕਿਸ ਤਰ੍ਹਾਂ ਆਉਣਗੇ, ਪਰ ਬਾਜਾਂ ਵਾਲੇ ਸਤਿਗੁਰਾਂ ਜੀ ਨੇ ਆਪਣਾ ਕਿਹਾ ਹੋਇਆ ਬਚਨ ਪੂਰਾ ਕੀਤਾ। ਮਾਤਾ ਨੇ ਵਸਤਰ ਭੇਟ ਕੀਤਾ, ਪ੍ਰਸੰਨ ਚਿੱਤ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕਰਕੇ ਪਰਤ ਗਈ। ਹਜੂਰ ਨੇ ਲਲਾਰੀ ਦੇ ਕੋਲੋਂ ਫਿਰ ਰੰਗਣ ਵਾਸਤੇ ਵਸਤਰ ਭੇਜਿਆ, ਤੇ ਉਹ ਲਲਾਰੀ ਅੱਗੋਂ ਕਹਿੰਦਾ ਰੰਗ ਤਾਂ ਅਜੇ ਕੱਲ ਪਾਇਆ, ਇਹਨੂੰ ਤਾਂ 6 ਦਿਨ ਲੱਗ ਜਾਣਗੇ ਰੰਗ ਨੂੰ ਉੱਠਣ ਨੂੰ। ਜਿਸ ਮਟਕੇ ਵਿੱਚ ਰੰਗ ਜਿਹੜਾ ਸੀ ਉਹ ਘੋਲਿਆ ਸੀਗਾ, ਉਹ ਮਟਕਾ ਵੀ ਮੌਜੂਦ ਹੈ ਗੁਰਦੁਆਰੇ ਸਾਹਿਬ ਦੇ ਅੰਦਰ, ਉੱਥੇ ਮਾਛੀਵਾੜੇ ਦੇ ਅੰਦਰ ਸੰਗਤਾਂ ਦਰਸ਼ਨ ਕਰਦੀਆਂ ਨੇ। ਮਹਾਰਾਜ ਦੇ ਕੋਲ ਆ ਕੇ ਜਦੋਂ ਦੱਸਿਆ ਕਿ ਮਹਾਰਾਜ ਉਹ ਤਾਂ ਕਹਿੰਦਾ ਰੰਗ ਅਜੇ ਉੱਠਣ ਨੂੰ 6 ਦਿਨ ਲੱਗ ਜਾਣੇ ਆ। ਮਹਾਰਾਜ ਕਹਿੰਦੇ ਰੰਗ ਉੱਠਿਆ ਪਿਆ, ਉਹਨੂੰ ਕਿ ਚੁੱਕ ਕੇ ਵੇਖੇ। ਵੇਖ ਕੇ ਹੈਰਾਨ ਹੋ ਗਿਆ, ਰੰਗ ਤਾਂ ਉੱਠਿਆ ਪਿਆ। ਫਿਰ ਰੰਗ ਕੇ ਸੱਚੇ ਪਾਤਸ਼ਾਹ ਜੀ ਦਾ ਵਸਤਰ, ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚ ਦੇ ਪੀਰ ਬਣ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਇੱਥੋਂ ਤੁਰੇ ਹੈ। ਵਿਸ਼ੇਸ਼ ਕਰਕੇ ਮਹਾਰਾਜ ਉੱਚ ਦੇ ਪੀਰ ਹੀ ਕਿਉਂ ਬਣੇ ਹੈ? ਕਿਉਂਕਿ ਜਿਹੜੇ ਉੱਚ ਦੇ ਪੀਰ ਖਵਾਉਂਦੇ ਹੈ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਆਪਣਾ ਗੁਰੂ ਮੰਨਦੇ ਹੈ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਹਨ। ਇਸ ਕਰਕੇ ਉੱਚ ਦੇ ਪੀਰਾਂ ਦੇ ਪੀਰ ਬਣ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੋਂ ਤੁਰੇ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਇਸ ਵਾਰੀ ਨੂੰ ਅਗਲੇ ਪਾਸੇ ਗਨੀ ਖਾਂ ਤੇ ਨਵੀ ਖਾਂ ਨੇ ਮੋਢਾ ਦਿੱਤਾ ਹੈ। ਪਿੱਛੇ ਭਾਈ ਧਰਮ ਸਿੰਘ ਤੇ ਮਾਨ ਸਿੰਘ, ਭਾਈ ਦਇਆ ਸਿੰਘ ਸਾਹਿਬ ਨੇ ਮੋਰ ਖੰਭਾਂ ਦਾ ਚੌਰ ਸਾਹਿਬ ਲਿਆ ਹੈ। ਇਉਂ ਸਤਿਗੁਰੂ ਜੀ ਭੇਦ ਜਿਹੜਾ ਸੀ ਨਾ ਬਣਾ ਕਰਕੇ ਗਰੀਬ ਨਵਾਜ ਉੱਤੇ ਚੋਲਾ ਪਹਿਰਿਆ ਹੈ। ਸੱਚੇ ਪਾਤਸ਼ਾਹ ਜੀ ਨੇ ਕੇਸ ਪਛਾਣ ਨੂੰ ਕਰਕੇ ਉੱਤੇ ਨੀਲਾ ਹੀ ਦਸਤਾਰਾ ਸਤਿਗੁਰਾਂ ਜੀ ਨੇ ਸਜਾਇਆ ਹੈ। ਉੱਚ ਦੇ ਪੀਰ ਜਿਹੋ ਜਿਹਾ ਬਾਣਾ ਬਣਾਉਂਦੇ ਹੈ, ਇਉਂ ਸਤਿਗੁਰੂ ਜੀ ਜਿਹੜਾ ਸੀ ਬਣਾ ਕਰਕੇ ਸਾਰੀ ਬਣਾਵਟ ਨੂੰ ਤੁਰੇ ਹੈ। ਅੰਦਰ ਸਤਿਗੁਰਾਂ ਜੀ ਦੇ ਉਵੇਂ ਸ਼ਸਤਰ ਪਹਿਨੇ ਹੋਏ ਆ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ। ਤੇ ਜਦੋਂ ਇਉਂ ਮਹਾਰਾਜ ਦੀ ਸਵਾਰੀ ਜਾ ਰਹੀ ਹੈ, ਤੇਜ ਪ੍ਰਤਾਪ ਵੇਖ ਵੇਖ ਕਰਕੇ ਕਈ ਕਹਿੰਦੇ ਬੜੇ ਮਹਾਨ ਕੋਈ ਕਾਮਲ ਪੀਰ ਫਕੀਰ ਨੇ। ਇਉਂ ਗੁਰਦੁਆਰਾ ਦੇਗਸਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਹੈ। ਫਿਰ ਇਹ ਕਿਰਪਾਨ ਭੇਟ ਸਾਹਿਬ ਵਾਹਿਗੁਰੂ ਜਿਹੜਾ ਗੁਰਦੁਆਰਾ ਸਾਹਿਬ ਹੈ ਮਾਛੀਵਾੜੇ ਦੇ ਲਾਗੇ, ਇੱਥੇ ਜਿਹੜੀ ਸੀ ਫੌਜ ਦੀ ਟੁਕੜੀ ਉਤਰੀ ਹੋਈ ਸੀ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸ਼ੱਕ ਦੇ ਘੇਰੇ ਵਿੱਚ ਇਹਨਾਂ ਨੇ ਤੇ ਸਮੇਂ ਪਕੜ ਲਿਆ। ਤੇ ਬਾਰ-ਬਾਰ ਜਿਹੜਾ ਸੀ ਕਿਲੇ ਤੋਂ ਸਤਿਗੁਰਾਂ ਜੀ ਦਾ ਉਤਾਰਾ ਕਰਵਾ ਕਰਕੇ ਇਹਨਾਂ ਨੇ ਕਿਹਾ ਕਿ ਤੁਹਾਡੀ ਕੋਈ ਸ਼ਾਦੀ ਦੇ ਦੇਵੇ ਤੇ ਫਿਰ ਅਸੀਂ ਛੱਡ ਦਿਆਂਗੇ। ਗੁਰੂ ਸਾਹਿਬ ਜੀ ਨੇ ਜਿਹੜਾ ਸੈਯਦ ਜਾਤੀ ਦਾ ਨੂਰਪੁਰੇ ਵਾਲਾ ਇੱਕ ਸੀਗਾ ਪੀਰ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਪ੍ਰੇਮੀ ਤੇ ਸ਼ਰਧਾਲੂ ਸੀ, ਫੌਜ ਵਿੱਚ ਨੌਕਰੀ ਕਰਦਾ ਸੀ। ਉਹਨੂੰ ਬੁਲਾ ਕਰਕੇ ਜਦੋਂ ਇਹਨਾਂ ਨੇ ਗੁਰੂ ਸਾਹਿਬ ਜੀ ਦੀ ਬਾਬਤ ਜਿਹੜਾ ਸੀ ਸ਼ਾਦੀ ਪਾਉਣੀ ਸੀ ਕਿ ਮੈਂ ਜਾਣਦਾ ਇਹ ਕੌਣ ਹਨ, ਜਦ ਉਸਨੇ ਗੁਰੂ ਸਾਹਿਬ ਨੂੰ ਵੇਖਿਆ, ਵੇਖਦੇ ਹੀ ਪਹਿਚਾਣ ਗਿਆ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਉਹਨੂੰ ਇਸ਼ਾਰਾ ਕੀਤਾ, ਜੇ ਕੋਲ ਨਾ ਜਿਹੜੇ ਕੰਮ ਆਏ ਉਹ ਕਰ ਜਾ ਕਰਕੇ। ਜਦੋਂ ਇਹ ਗਿਆ ਸੀ ਉੱਥੋਂ ਦੇ ਸੂਬੇਦਾਰ ਦੀ ਕਚਹਿਰੀ ਦੇ ਅੰਦਰ, ਤੇ ਇਸਨੇ ਕਿਹਾ ਕਿ ਮੈਂ ਤਾਂ ਹੈਰਾਨ ਹਾਂ ਕਿ ਐਡੇ ਵੱਡੇ ਕਾਮਲ ਪੀਰ ਨੂੰ ਤੁਸੀਂ ਰੋਕਿਆ ਹੋਇਆ ਹੈ। ਜੇ ਤਾਂ ਇੱਕ ਵਾਕ ਕਹਿ ਦੇਣ ਤਾਂ ਧਰਤੀ ਪਲਟ ਦੇਣ, ਤੇ ਅਜੇ ਤੱਕ ਇਹਨਾਂ ਨੇ ਤੁਹਾਨੂੰ ਕੁਝ ਕਿਹਾ ਕਿਉਂ ਨਹੀਂ? ਮੈਨੂੰ ਤੇ ਇਹ ਹੈਰਾਨਗੀ ਹੈ। ਉਸ ਰਾਤ ਭਾਵੇਂ ਕਿ ਇਹਨਾਂ ਨੇ ਪਰਖ ਕਰਨ ਲਈ ਇੱਕੇ ਰਕੇਵ ਦੇ ਵਿੱਚ ਮਾਸ ਪਾ ਕੇ ਸਿੱਖਾਂ ਨੂੰ ਵੀ ਖਾਣ ਲਈ ਪਰਖਣਾ ਚਾਹਿਆ ਸੀ, ਤੇ ਭਾਈ ਦਇਆ ਸਿੰਘ ਸਾਹਿਬ ਨੇ ਪੁੱਛਿਆ ਮਹਾਰਾਜ ਸਾਨੂੰ ਕੀ ਆਗਿਆ? ਮਹਾਰਾਜ ਕਹਿੰਦੇ ਕਿਰਪਾਨ ਭੇਟ ਕਰਿਓ, ਸਤਨਾਮ ਵਾਹਿਗੁਰੂ ਕਰਿਓ, ਵਾਹਿਗੁਰੂ ਕਲਾ ਵਰਤਾ ਦੇਗਾ। ਭਾਈ ਦਇਆ ਸਿੰਘ ਸਾਹਿਬ ਨੇ ਜਦੋਂ ਕਿਰਪਾਨ ਭੇਟ ਕੀਤੀ ਸੀ ਤੇ ਇੱਕ ਰਕੇਵ ਦੇ ਇੱਕ ਪਾਸਿਓਂ ਮਾਸ ਖਾਂਦੇ ਸੀ, ਭਾਈ ਦਇਆ ਸਿੰਘ ਸਾਹਿਬ ਦੇ ਪਾਸੇ ਕੜਾਹ ਪ੍ਰਸ਼ਾਦ ਵੇਖ ਕੇ ਹੈਰਾਨ ਹੋ ਗਿਆ ਸੀ ਅਸਚਰਜ ਕਲਾ ਨੂੰ। ਇਹ ਸੱਚੇ ਪਾਤਸ਼ਾਹ ਜੀ ਨੇ ਐਸੇ ਕੌਤਕ ਵਰਤਾਏ। ਉਹਦੀ ਸ਼ਾਦੀ ਦੇਣ ਤੋਂ ਫਿਰ ਸਤਿਗੁਰੂ ਜੀ ਦੀ ਇਸ ਵਾਰੀ ਜਿਹੜੀ ਸੀ ਉਹਨਾਂ ਨੇ ਅੱਗੇ ਜਾਣ ਦਿੱਤੀ। ਇਹ ਨੂਰਪੁਰੇ ਵਾਲਾ ਜਿਹੜਾ ਸੀਗਾ ਸੈਯਦ, ਇਹ ਸੱਚੇ ਪਾਤਸ਼ਾਹ ਜੀ ਨੂੰ ਫਿਰ ਰਸਤੇ 'ਚ ਆ ਕੇ ਮਿਲਿਆ। ਇਹਦੇ ਨਾਂ ਤੇ ਸਤਿਗੁਰਾਂ ਜੀ ਨੇ ਆਪਣੇ ਕਰ ਕਮਲਾਂ ਨਾਲ ਹੁਕਮਨਾਮਾ ਸਾਹਿਬ ਦਿੱਤਾ, ਤੇ ਸਤਿਗੁਰੂ ਜੀ ਨੇ ਆਪਣੀ ਮੋਹਰ ਛਾਪ ਲਾ ਕਰਕੇ ਉੱਤੇ ਲਿਖਿਆ ਸੀਗਾ ਕਿ ਸਾਡਾ ਸਿੱਖ ਜਿਹੜਾ ਵੀ ਦਰਸ਼ਨ ਕਰੇ ਇਸ ਹੁਕਮਨਾਮੇ ਦਾ ਉਹ ਜਥਾ ਸ਼ਕਤ ਭੇਟ ਕਰੇ। ਸੱਚੇ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼ ਇਸ ਸੈਯਦ ਦੇ ਉੱਪਰ ਕੀਤੀ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ
ਜਿਹੜਾ ਗੁਰਦੁਆਰਾ ਕਟਾਣਾ ਸਾਹਿਬ, ਜਿੱਥੇ ਭਾਈ ਨਗਾਈਏ ਨੇ ਮਹਾਰਾਜ ਜੀ ਨੂੰ ਘੋੜਾ ਵੀ ਭੇਟ ਕੀਤਾ ਹੈ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਕਨੇਚ ਆਦਿਕ ਪਿੰਡਾਂ ਦੇ ਵਿੱਚ ਹੁੰਦੇ ਹੋਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਲਮਗੀਰ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ। ਤੇ ਫਿਰ ਜਿਹੜਾ ਫੱਤਾ ਸੀਗਾ, ਜਿਹਨੇ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਮਹਾਰਾਜ ਜੀ ਨੂੰ ਘੋੜੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਚੰਗਾ ਨਹੀਂ ਤੇ ਫਿਰ ਨਹੀਂ ਹੋਵੇਗੀ। ਉਹ ਲੰਬੀ ਸਾਖੀ ਹੈ। ਫਤਾ ਆਪ ਵੀ ਸੱਪ ਦੇ ਲੜਨ ਨਾਲ ਚੜ੍ਹਾਈ ਕਰ ਗਿਆ ਤੇ ਘੋੜੀ ਵੀ ਚੜ੍ਹਾਈ ਕਰ ਗਈ ਸੀ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਚੱਲਦੇ ਚੱਲਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਬੇਅੰਤ ਕੌਤਕ ਵਰਤਾਉਂਦੇ, ਜੀਆਂ ਦਾ ਭਲਾ ਕਰਦੇ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਏ ਕੱਲੇ ਦੀ ਰਿਆਸਤ ਵੱਲ ਨੂੰ ਗਰੀਬ ਨਵਾਜ਼ ਦੀ ਸਵਾਰੀ ਆ ਰਹੀ ਸੀ, ਰਾਏ ਕੱਲੇ ਨੂੰ ਜਿਵੇਂ ਸਤਿਗੁਰਾਂ ਜੀ ਦੇ ਆਉਣ ਦਾ ਪਤਾ ਲੱਗਦਾ ਹੈ, ਤਾਂ ਅੱਜ ਦੇ ਸ਼ੇਸ਼ ਸਮੇਂ ਵਿੱਚ ਆਪਾਂ ਹੁਣ ਇਹ ਪ੍ਰਸੰਗ ਆਰੰਭ ਕਰ ਲੈਂਦੇ ਹਾਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਮਹਾਰਾਜ ਜੀ ਇੱਥੇ ਮੰਗਾਉਣਗੇ। ਸੱਚੇ ਪਾਤਸ਼ਾਹ ਜੀ ਕਿਵੇਂ ਰਾਏ ਕੱਲੇ ਕੋਲ ਪਹੁੰਚ ਰਹੇ ਆ, ਆਓ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਗੇ ਗਮਨੇ ਸਤਿਗੁਰੂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਵਾਰੀ ਅੱਗੇ ਨੂੰ ਚੱਲ ਪਈ। ਉਲੰਘੇ ਕੇਤਕ ਕੋਸ। ਤੇ ਕਿੰਨੇ ਕੁ ਕੋਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਲੰਘੇ ਆ। ਜਗਰਾਵਾਂਪੁਰ ਕੋਟ ਕੋ। ਤੇ ਇਉਂ ਜਿਹੜਾ ਜਗਰਾਵਾਂ ਨਗਰ ਹੈ, ਅੱਜ ਵੀ ਉਹਦਾ ਨਾਮ ਜਗਰਾਵਾਂ ਹੀ ਹੈ। ਤੇ ਇਸ ਪ੍ਰਕਾਰ ਇਹ ਨਗਰ ਜਿਹੜਾ ਹੈ ਆਇਆ ਹੈ। ਰਾਏ ਹੁਤੋ ਬੜ ਹੋਸ਼। ਜਿਹੜਾ ਬੜਾ ਮਹਾਨ ਉਥੋਂ ਦਾ ਰਾਜਾ ਹੈ ਰਾਏ ਕੱਲਾ, ਉਹ ਤੇ ਸਮੇਂ ਆਇਆ ਹੈ। ਨਿਸ਼ਾਨੀ ਛੰਦ ਜਨਮ ਤੁਰਕ ਹਿੰਦੂ ਧਰਮ ਜਿਨ ਧਾਰਨ ਕੀਨਾ। ਜਨਮ ਤਾਂ ਭਾਵੇਂ ਤੁਰਕਾਂ ਦੇ ਘਰ ਦਾ, ਪਰ ਸਾਰੀ ਪ੍ਰਜਾ ਨੂੰ ਇਸਨੇ ਬਹੁਤ ਪਿਆਰ ਨਾਲ ਪਾਲਿਆ। ਸਭ ਦਾ ਇੱਕ ਜਿਹਾ ਮਾਣ ਸਤਿਕਾਰ ਕਰਦਾ ਹੈ। ਹਿੰਦੂ ਧਰਮ ਦੀ ਬੜੀ ਪਾਲਣਾ ਕੀਤੀ। ਰਾਏ ਕੱਲਾ ਦੀ ਪ੍ਰਜਾ ਬੜੀ ਸੁਖੀ ਵਸਦੀ ਹੈ। ਇਸ ਪ੍ਰਕਾਰ ਰਾਏ ਕੱਲੇ ਦੇ ਜਿਹੜੇ ਵੰਸ਼ਜ ਹਨ, ਅਜੇ ਵੀ ਭਾਵੇਂ ਇਸਲਾਮ ਦੇ ਉਹ ਪੂਜਕ ਹਨ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬੜੇ ਸ਼ਰਧਾਲੂ ਹਨ। ਉਹਨਾਂ ਦੇ ਪਰਿਵਾਰ ਦਇਆ ਧਰਮ ਪੁੰਨ ਆਤਮਾ ਸ਼ੁਭ ਮਗ ਮਨ ਭੀਨਾ। ਇਹ ਦਇਆ ਧਰਮ ਪੁੰਨ ਆਤਮਾ, ਦਇਆਲੂ ਹੈ ਸੁਭਾਅ, ਧਰਮੀ ਹੈ ਸੁਭਾਅ, ਪੁੰਨ ਆਤਮਾ ਹੈ। ਤੇ ਇਸ ਪ੍ਰਕਾਰ ਪੰਕਤੀ ਵਿਸ਼ਰਾਮ ਦੇ ਕੇ ਪੜੋ। ਦਇਆ ਧਰਮ ਪੁੰਨ ਆਤਮਾ। ਦਇਆ ਦੇ ਸਹਿਤ ਹੈ ਇਹਨਾਂ ਦਾ ਹਿਰਦਾ, ਧਰਮ ਦੇ ਧਾਰਨੀ ਹਨ, ਪੁੰਨ ਆਤਮਾ ਹਨ। ਸ਼ੁਭ ਮਗ ਮਨ ਭੀਨਾ। ਤੇ ਸ੍ਰੇਸ਼ਟ ਰਸਤੇ ਤੇ ਭਾਵ ਪਰਮਾਰਥ ਦੇ ਰਸਤੇ ਤੇ ਮੋਕਸ਼ ਦੇ ਰਸਤੇ ਤੇ ਇਹਨਾਂ ਦਾ ਮਨ ਜਿਹੜਾ ਨਾ ਉਹ ਭਿੱਜਾ ਹੋਇਆ, ਭਾਵ ਮੋਕਸ਼ ਦੇ ਅਧਿਕਾਰੀ ਹਨ। ਸਕਲ ਭੇਵ ਗੁਰਦੇਵ ਕੋ। ਸਾਰਾ ਭੇਦ ਜਿਹੜਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੁਨ ਸੇਵ ਉਮਾਹਾ। ਤੇ ਸੁਣਿਆ ਜਦੋਂ ਰਾਏ ਕੱਲਾ ਜੀ ਦੇ ਮਨ ਵਿੱਚ ਸੇਵਾ ਕਰਨ ਦਾ ਉਤਸ਼ਾਹ ਆਇਆ ਏ। ਲੈ ਸੈਨਾ ਸੰਗ 300 ਘੋੜਸਵਾਰ ਸੈਨਾ ਆਪਣੇ ਨਾਲ ਲੈ ਕਰਕੇ ਚੱਲ ਦਰਸ਼ਨ ਚਾਹਾ। ਤੇ ਚੱਲ ਕੇ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਕੀਤੀ ਕਿ ਚੱਲੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਕਰੀਏ। ਆਏ ਅਗਾਰੀ ਸੋ ਮਿਲਿਓ। ਆਇਆ ਅੱਗੋਂ ਸੱਚੇ ਪਾਤਸ਼ਾਹ ਜੀ ਨੂੰ ਰਾਏ ਕੱਲਾ ਆ ਕਰਕੇ ਮਿਲਿਆ ਏ। ਅਵਲੋਕੇ ਸੁਆਮੀ। ਦੂਰੋਂ ਮਾਲਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਹਨੇ ਅਵਲੋਕਿਆ, ਵੇਖਿਆ ਆਉਂਦੀ ਸਵਾਰੀ ਹਜੂਰ ਦੀ। ਨੀਲੇ ਬਸਤਰ ਪ੍ਰਿਯੰਕ ਪਰ। ਸੱਚੇ ਪਾਤਸ਼ਾਹ ਜੀ ਭਾਵੇਂ ਕਿ ਮਹਾਰਾਜ ਜੀ ਨੂੰ ਘੋੜਾ ਤਾਂ ਨਗਾਈਏ ਨੇ ਭੇਟ ਕਰ ਦਿੱਤਾ ਸੀਗਾ, ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਵੀ ਮੌਜ ਅਨੁਸਾਰ ਕਦੇ ਮਹਾਰਾਜ ਘੋੜੇ ਤੇ ਵੀ ਸਵਾਰ ਹੋ ਜਾਂਦੇ ਸੀ। ਇੱਥੇ ਕਵਿਰਾਜ ਲਿਖ ਰਹੇ ਹੈ ਕਿ ਨੀਲੇ ਬਸਤਰ ਪਹਿਰੇ ਹੋਏ ਆ ਤੇ ਪਲੰਘੇ ਤੇ ਸਤਿਗੁਰੂ ਜੀ ਸਵਾਰ ਹਨ। ਥਿਰ ਅੰਤਰਜਾਮੀ। ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਪਲੰਘੇ ਤੇ ਚੌਂਕੜਾ ਲਾ ਕੇ ਟਿਕੇ ਹੋਏ ਆ। ਤਜਿਓ ਤੁਰੰਗਮ ਦੂਰ ਹੀ ਰਾਏ ਕੱਲਾ ਜੀ ਨੇ ਆਪਣਾ ਘੋੜਾ ਜਦੋਂ ਮਹਾਰਾਜ ਦੀ ਸਵਾਰੀ ਵੇਖੀ ਨਾ ਦੂਰ ਆਉਂਦਿਆਂ,
ਤੇ ਘੋੜਾ ਆਪਣਾ ਛੱਡ ਦਿੱਤਾ। ਪਾਇਨ ਸੋ ਆਇਓ, ਪੈਰਾਂ ਨਾਲ ਚੱਲਦੇ ਹੋਏ ਬੜੀ ਕਾਹਲੀ ਨਾਲ ਆਏ। ਹਾਥ ਜੋਰ ਸਨਮੁਖ ਗਇਓ, ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਏ ਨੇ। ਬਹੁ ਸੀਸ ਨਿਵਾਇਓ, ਬਹੁਤ ਵਾਰ ਸਿਜਦਾ ਕੀਤਾ, ਬਾਰ-ਬਾਰ ਸੀਸ ਝੁਕਾਉਂਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ। ਕਦਮ ਪਦਮ ਸਮ ਸੁਖ ਸਦਮ, ਇਹ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਚਰਨ ਕਮਲ ਸੁੱਖਾਂ ਦਾ ਘਰ ਹਨ। ਪਰਸੇ ਕਰ ਦੂ, ਦੋਵੇਂ ਹੱਥ ਜੋੜ ਕੇ ਉਹ ਕਹਿੰਦਿਆਂ ਹੋਇਆਂ ਪਰਸ ਲਏ। ਮਹਾਰਾਜ ਦੇ ਚਰਨਾਂ ਨੂੰ ਹੱਥ ਲਾਏ ਰਾਏ ਕੱਲਾ ਜੀ ਨੇ। ਬਦਨ ਬਿਲੋਚਨ ਭਾਲ ਪਰ, ਸੱਚੇ ਪਾਤਸ਼ਾਹ ਜਦ ਜਦੋਂ ਮੁਖ ਵੇਖਿਆ ਤੇ ਮਸਤਕ ਦੇ ਵੱਲ ਤੱਕਦੇ ਆ। ਫਿਰ ਫੇਰਤ ਸੋ, ਬਾਰ-ਬਾਰ ਜਦੋਂ ਤੱਕਦੇ ਆ ਮੁਖ ਮੰਡਲ ਤੇ ਉਵੇਂ ਹੀ ਨੂਰ ਟਪਕ ਰਿਹਾ ਸੱਚੇ ਪਾਤਸ਼ਾਹ ਜੀ ਦੇ। ਆਪ ਸਾਥ ਰਣ ਗਾਥ ਵੱਡ ਹੈ, ਕਹਿਣ ਲੱਗਾ ਰਾਏ ਕੱਲਾ, ਮਹਾਰਾਜ ਆਪ ਜੀ ਦੇ ਨਾਲ ਐਡਾ ਵੱਡਾ ਜੋ ਯੁੱਧ ਹੋਇਆ ਹੈ ਉਸ ਦੀ ਸਾਰੀ ਗਾਥਾ ਮਹਾਰਾਜ ਸੁਣੀ ਹੈ। ਨਾਥ ਅਸੰਭੈ, ਇਹ ਮਹਾਰਾਜ ਮਾਲਕ ਸਤਿਗੁਰੂ ਜੀ ਅਸੰਭਵ ਹੈ ਸਭ ਕੁਝ। ਬਹੁਤ ਇਹ ਜੋ ਕੁਝ ਹੋਇਆ ਮਹਾਰਾਜ ਇਹ ਤਾਂ ਬੜਾ ਹੀ ਅਸੰਭਵ ਹੈ। ਆਪ ਨੇ ਏਡਾ ਵੱਡਾ ਪੁਰਸ਼ਾਰਥ ਕੀਤਾ ਏ। ਤੂੰ ਬਿਲੋਕ ਬਹਾਦਰੀ, ਤਾਂ ਮਹਾਰਾਜ ਤੁਹਾਡੀ ਬਹਾਦਰੀ ਆਪ ਦੀ ਸੂਰਮਤਾਈ ਨੂੰ ਵੇਖ ਕਰਕੇ ਸਭ ਤੁਰਕ ਅਚੰਭੈ, ਸਾਰੇ ਹੀ ਤੁਰਕ ਮਹਾਰਾਜ ਅਚੰਭਾ ਹੀ ਹੋ ਗਏ, ਹੈਰਾਨ ਹੋ ਗਏ ਕਿ ਅਸੰਭਵ ਹੀ ਹੈ ਨਾ। ਮਹਾਰਾਜ ਆਪ ਨੇ 40 ਸਿੰਘਾਂ ਦੇ ਨਾਲ ਕੱਚੀ ਗੜੀ ਦੇ ਵਿੱਚੋਂ ਮਹਾਰਾਜ 10 ਲੱਖ ਤੋਂ ਉੱਪਰ ਸੈਨਾ ਨੂੰ ਮਹਾਰਾਜ ਅਟਕਾ ਦਿੱਤਾ। ਅਸੰਭਵ ਕਾਰਜ ਨੂੰ ਸੰਭਵ ਕਰ ਦਿੱਤਾ ਸੱਚੇ ਪਾਤਸ਼ਾਹ। ਆਪ ਦੀ ਸੂਰਮਤਾਈ ਨੂੰ ਸੁਣ ਕਰਕੇ ਜਿਹੜੇ ਵੱਡੇ ਵੱਡੇ ਸੈਨਾਪਤੀ ਤੁਰਕ ਵੇ, ਕਿਉਂਕਿ ਇਹ ਤਾਂ ਆਪ ਜਿਹੜਾ ਰਾਏ ਕੱਲਾ ਇਥੋਂ ਦੀ ਰਿਆਸਤ ਦਾ ਰਾਜਾ ਹੈ, ਸਾਰੀਆਂ ਖਬਰਾਂ ਪਹੁੰਚੀਆਂ ਨੇ। ਕਹਿੰਦਾ ਮਹਾਰਾਜ ਅਚੰਭਾ ਹੋ ਗਏ ਸਾਰੇ ਆਪ ਦੀ ਵੀਰਤਾ ਵੇਖ ਕਰਕੇ। ਕਰਾਮਾਤ ਸਾਹਿਬ ਵੱਡੇ, ਮਹਾਰਾਜ ਆਪ ਕਰਾਮਾਤ ਸ਼ਕਤੀ ਦੇ ਮਾਲਕ ਹੋ, ਵੱਡੇ ਹੋ। ਸਮਰੱਥ ਸਭ ਭਾਂਤੀ, ਹਰ ਤਰੀਕੇ ਨਾਲ ਮਹਾਰਾਜ ਆਪ ਸਮਰੱਥ ਹੋ। ਚਾਹੋ ਬਨਾਵੋ ਛਿਨਕ ਮਹਿ, ਮਹਾਰਾਜ ਛਿਨ ਮਾਤਰ ਵਿੱਚ ਜੋ ਚਾਹੋ ਆਪ ਜੀ ਉਹ ਬਣਾ ਸਕਦੇ ਹੋ। ਅਨਬਨ ਬਨ ਜਾਤੀ, ਜਿਹੜੀ ਅਣਬਣ ਗੱਲ ਹੈ ਨਾ ਨਹੀਂ ਬਣਨ ਵਾਲੀ ਉਹ ਵੀ ਬਣ ਜਾਂਦੀ ਹੈ ਜੇ ਆਪ ਚਾਹੋ ਤਾਂ। ਨਰ ਲੀਲਾ ਕਲ ਕਾਲ ਕੀ, ਇਹ ਸੱਚੇ ਪਾਤਸ਼ਾਹ ਕਲਯੁਗ ਦੇ ਸਮੇਂ ਵਿੱਚ ਆਪ ਜੀ ਮਨੁੱਖ ਲੀਲਾ ਕਰ ਰਹੇ ਹੋ। ਕਰ ਜਗ ਦਿਖਰਾਵੋ, ਜਗਤ ਦੇ ਅੰਦਰ ਕਰਕੇ ਦਿਖਾ ਰਹੇ ਹੋ ਇਹ ਲੀਲਾ। ਹਰਖ ਸ਼ੋਕ ਨਹਿ ਵਿਆਪਹੀ, ਮਹਾਰਾਜ ਆਪ ਨੂੰ ਹਰਖ ਤੇ ਸ਼ੋਕ, ਖੁਸ਼ੀ ਤੇ ਗਮੀ ਵਿਆਪ ਨਹੀਂ ਸਕਦੀ। ਇਹ ਰਾਏ ਕੱਲਾ ਪਰਮਾਰਥ ਦੇ ਰਸਤੇ ਦਾ ਪਾਂਧੀ ਹੈ। ਇਸ ਕਰਕੇ ਇਹਨੂੰ ਇਹ ਸੋਝੀ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਖੁਸ਼ੀ ਗਮੀ ਤੋਂ ਪਰੇ ਹੈ। ਗਰੀਬ ਨਵਾਜ ਹਰ ਵੇਲੇ ਆਨੰਦ ਦੇ ਸੋਮੇ ਸਤਿਗੁਰੂ ਜੀ ਸਭ ਨੂੰ ਖੁਸ਼ੀਆਂ ਵੰਡਦੇ ਆ, ਆਨੰਦ ਬਖਸ਼ਿਸ਼ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦਾ ਗਰੀਬ ਨਵਾਜ ਖੁਸ਼ੀ ਗਮੀ ਆਪ ਨੂੰ ਪੋ ਨਹੀਂ ਸਕਦੀ ਹੈ। ਤਿਲ ਲੇਪ ਨਾ ਲਾਵੋ, ਤਿਲ ਮਾਤਰ ਵੀ ਆਪ ਨੂੰ ਕੋਈ ਲਪਾਏਮਾਨਗੀ ਨਹੀਂ ਸੰਸਾਰ ਦੇ ਦੁੱਖਾਂ ਸੁੱਖਾਂ ਦੀ। ਹਮ ਲੋਕਨ ਕੋ ਦੀਖਤੀ, ਸੱਚੇ ਪਾਤਸ਼ਾਹ ਸਾਡੇ ਵਰਗੇ ਜਿਹੜੇ ਮਹਾਰਾਜ ਅਲਪੱਗ ਜੀਵ ਹੈ ਨਾ ਉਹਨਾਂ ਨੂੰ ਦਿਖਾਈ ਦਿੰਦਾ ਏ। ਜਬਰੀ ਤੁਰਕੇਸ਼ਾ, ਜਿਸ ਰਿਹਾ ਕਿ ਤੁਰਕਾਂ ਨੇ ਬੜੀ ਜ਼ਬਰਦਸਤੀ ਕੀਤੀ ਹੈ। ਕਰਿਓ ਬੁਰਾ ਤਿਨ ਆਪਨ ਸਭ, ਪਰ ਮਹਾਰਾਜ ਉਹਨਾਂ ਨੇ ਆਪਣਾ ਹੀ ਸਾਰਿਆਂ ਨੇ ਬਹੁਤ ਬੁਰਾ ਕਰ ਲਿਆ ਏ। ਤੁਮ ਸੋ ਰਚ ਦਵੈਸ਼ਾ, ਆਪ ਜੀ ਦੇ ਨਾਲ ਦਵੈਸ਼ ਰਚ ਕੇ ਨਾ ਵੈਰ ਰਚ ਕੇ ਉਹਨਾਂ ਨੇ ਆਪਣਾ ਸਭ ਕੁਝ ਹੀ ਬਰਬਾਦ ਕਰ ਲਿਆ ਹੈ। ਤੇ ਕਦੇ ਸਮਾਂ ਆਇਆ ਤੇ ਇਹ ਪਿੱਛੇ ਖਬਰਾਂ ਵਿੱਚ ਵੀ ਇਹ ਗੱਲਾਂ ਸੁਣਨ ਨੂੰ ਮਿਲੀਆਂ ਸੀਗੀਆਂ ਕਿ ਨਰੰਗੇ ਦੇ ਜਿਹੜੇ ਅੱਗੋਂ ਕੋਈ ਪੀੜੀ 'ਚ ਹੈਗੇ ਕਹਿੰਦੇ ਚਾਹ ਦੇ ਖੋਖੇ ਲਾ ਕੇ ਚਾਹ ਵੇਚ ਕੇ ਗੁਜ਼ਾਰਾ ਕਰਦੇ। ਇਹੋ ਜੀ ਬੁਰੀ ਹਾਲਤ ਵੇਖੋ ਕਿੱਥੇ ਆਪਣੇ ਆਪ ਨੂੰ ਇਹ ਅਖਵਾਉਂਦੇ ਸੀਗੇ ਅਸੀਂ ਕਿ ਜਿਹੜੇ ਹੈ ਮਹਾ ਬਦੌਲਤ ਅੰਨਦਾਤਾ, ਇਹੋ ਜੇ ਜਾਂ ਪਨਾ ਇਹੋ ਜਿਹੇ ਸ਼ਬਦ ਆਪਣੇ ਨਾਮ ਨਾਲ ਲਾਉਂਦੇ ਸੀ। ਸਤਿਗੁਰਾਂ ਜੀ ਨੇ ਸਭ ਕੀਰਤੀ ਨਾਸ਼ ਕਰ ਦਿੱਤੀ ਇਹਨਾਂ ਦੀ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਗਰੀਬ ਨਵਾਜ ਨੇ ਜਿਹੜਾ ਪੁੱਟਣ ਦਾ ਹੀ ਬਚਨ ਇੱਥੇ ਹੁਣ ਕਰਨਾ, ਜੜ੍ਹਾਂ ਉਖੇੜ ਦੇਣੀਆਂ ਮਹਾਰਾਜ ਜੀ ਨੇ। ਸੁਣ ਕੇ ਸ੍ਰੀ ਮੁਖ ਤੇ ਕਹਿਓ, ਸੁਣ ਕਰਕੇ ਰਾਏ ਕੱਲੇ ਨੇ ਜਦੋਂ ਇਹ ਬਚਨ ਕਹੇ ਨਾ
ਹਜੂਰ ਆਪਣੇ ਸ਼੍ਰੀ ਮੁਖ ਤੋਂ ਕਹਿੰਦੇ ਆ। ਇਮ ਹੋਵਨ ਹਾਰੀ ਮਹਾਰਾਜ ਕਹਿੰਦੇ ਰਾਏ ਕੱਲਾ ਇਹ ਤਾਂ ਵਾਹਿਗੁਰੂ ਦਾ ਹੁਕਮ ਹੈ, ਇਵੇਂ ਹੀ ਹੋਣਾ ਸੀਗਾ। ਮਿਟਤ ਨਾ ਕੋਟ ਉਪਾਵਤੇ ਕਰੋੜਾਂ ਕੋਈ ਉਪਾਅ ਕਰ ਲਵੇ, ਵਾਹਿਗੁਰੂ ਦਾ ਹੁਕਮ ਨਹੀਂ ਕਿਸੇ ਕੋਲੋਂ ਮਿਟਦਾ। ਨਰ ਹਵੈ ਕੈ ਨਾਰੀ ਮਨੁੱਖ ਹੋਵੇ ਚਾਹੇ ਇਸਤਰੀ, ਮਹਾਰਾਜ ਕਹਿੰਦੇ ਵਾਹਿਗੁਰੂ ਦੀ ਜਿਹੜੀ ਰਜਾ ਉਹ ਕਿਸੇ ਕੋਲੋਂ ਨਹੀਂ ਮੇਟੀ ਜਾ ਸਕਦੀ। ਮਾਨਨੀय ਸਭ ਸੀਸ ਪਰ ਸਾਰਿਆਂ ਨੂੰ ਸਿਰ ਦੇ ਉੱਤੇ ਵਾਹਿਗੁਰੂ ਦਾ ਭਾਣਾ ਜਿਹੜਾ ਨਾ ਉਹ ਮੰਨਣਾ ਚਾਹੀਦਾ ਹੈ, ਬੜੇ ਅਦਬ ਤੇ ਸਤਿਕਾਰ ਤੇ ਪ੍ਰੇਮ ਨਾਲ। ਸੁਰ ਅਸੁਰਨ ਕੇਰੀ ਸਾਰੇ ਭਾਵੇਂ ਕੋਈ ਸੁਰ ਵ ਦੇਵਤੇ ਭਾਵੇਂ ਅਸੁਰ ਦੈਂਤ ਹਨ, ਸਭ ਦੇ ਉੱਤੇ ਵਾਹਿਗੁਰੂ ਦੀ ਆਗਿਆ ਜਿਹੜੀ ਹੈ ਉਹ ਇੱਕ ਜਿਹੀ ਹੈ। ਨਰ ਬਪਰੇ ਕੀ ਕਹਾਂ ਗਤ ਵਿਚਾਰੇ ਮਨੁੱਖ ਦੀ ਕੀ ਹਾਲਤ ਹੈ, ਜੋ ਫੇਰੈ ਹੀਰੀ ਜੋ ਵਾਹਿਗੁਰੂ ਦੀ ਆਗਿਆ ਨੂੰ ਫੇਰ ਸਕੇ ਮਿਟਾ ਸਕੇ। ਬਹੁਰ ਕਹਿਓ ਸ੍ਰੀ ਬਦਨ ਤੇ ਬਾਹਰੋਂ ਸਤਿਗੁਰਾਂ ਜੀ ਨੇ ਆਪਣੇ ਮੁਖ ਤੋਂ ਕਹਿਣਾ ਕੀਤਾ। ਸੁਨ ਕੱਲਾ ਰਾਹੂ ਮਹਾਰਾਜ ਕਹਿੰਦੇ ਰਾਏ ਕੱਲਾ ਸੁਣਨਾ ਕਰ ਹੈ ਅਰੂੜ ਗਮਨੀਜੀਏ। ਮਹਾਰਾਜ ਕਹਿੰਦੇ ਨੇ ਕਿ ਰਾਏ ਕੱਲਾ ਕਿਉਂਕਿ ਨਾਲ ਨਾਲ ਤੁਰਿਆ ਆਉਂਦਾ ਸੀ। ਵੇਖੋ ਰਾਜਾ ਹੈ, 300 ਸਿਪਾਹੀ ਲੈ ਕੇ ਆਇਆ ਹੈ, ਸੱਚੇ ਪਾਤਸ਼ਾਹ ਜੀ ਦੇ ਪਲੰਗੇ ਦੇ ਨਾਲ ਨਾਲ ਪੈਰਾਂ ਨਾਲ ਤੁਰਿਆ ਆ ਰਿਹਾ ਹੈ। ਹਜੂਰ ਨੇ ਆਗਿਆ ਕੀਤੀ ਕਿ ਘੋੜੇ ਤੇ ਸਵਾਰ ਹੋ ਜਾ ਰਾਏ ਕੱਲਾ, ਘੋੜੇ ਦੇ ਉੱਤੇ ਅਸਵਾਰੀ ਕਰਨਾ ਕਰ। ਕੁਛ ਚੱਲੇ ਅਗਾਊ ਕਿਉਂਕਿ ਕੁਝ ਅਸੀਂ ਹੋਰ ਅੱਗੇ ਅਜੇ ਚੱਲਾਂਗੇ। ਮਾਨ ਹੁਕਮ ਕੋ ਹੈ ਚੜਿਓ ਮਹਾਰਾਜ ਦਾ ਹੁਕਮ ਮੰਨ ਕਰਕੇ ਰਾਏ ਕੱਲਾ ਘੋੜੇ ਤੇ ਸਵਾਰ ਹੋ ਗਿਆ। ਪੁਰ ਸਤਗੁਰ ਪਿਆਨੇ ਫਿਰ ਸਤਿਗੁਰੂ ਜੀ ਚੱਲ ਰਹੇ ਆ। ਲੰਮੇ ਗ੍ਰਾਮ ਪੁਨ ਪਹੁੰਚ ਕੇ ਮਹਾਰਾਜ ਲੰਮੇ ਨਗਰ ਦੇ ਅੰਦਰ ਫਿਰ ਪਹੁੰਚ ਕਰਕੇ ਬਚ ਰਾਏ ਬਖਾਨੇ ਮਹਾਰਾਜ ਸਾਹਿਬ ਜੀ ਦੇ ਅੱਗੇੋਂ ਰਾਏ ਕੱਲੇ ਨੇ ਫਿਰ ਬੇਨਤੀ ਕੀਤੀ। ਉਤਰੋ ਹੋ ਕਰੋ ਆਰਾਮ ਕੁਛ ਸੱਚੇ ਪਾਤਸ਼ਾਹ ਜੀ ਆਪ ਉਤਰੋ ਗਰੀਬ ਨਵਾਜ, ਕੁਝ ਆਰਾਮ ਕਰ ਲੈਣਾ ਕਰੋ। ਆਏ ਬਹੁ ਦੂਰੀ ਬਹੁਤ ਦੂਰ ਤੋਂ ਸੱਚੇ ਪਾਤਸ਼ਾਹ ਆਪ ਆਏ ਹੋ ਚੱਲ ਕਰਕੇ। ਮੁਝ ਪਰ ਕਰੁਣਾ ਕੀਜੀਏ ਸੱਚੇ ਪਾਤਸ਼ਾਹ ਆਪਣਾ ਦਾਸ ਸੇਵਕ ਜਾਣ ਕੇ ਮੇਰੇ ਤੇ ਕਿਰਪਾ ਕਰੋ। ਦ੍ਰਿਸ਼ਟੀ ਦਿਖ ਰੂਰੀ ਮਹਾਰਾਜ ਸੁੰਦਰ ਦ੍ਰਿਸ਼ਟੀ ਵੇਖ ਕਰਕੇ ਮੈਨੂੰ ਨਿਹਾਲ ਕਰੋ। ਲੰਮੇ ਗ੍ਰਾਮ ਥਰੀਜੀਏ ਮਹਾਰਾਜ ਇਸ ਲੰਮੇ ਨਗਰ ਦੇ ਅੰਦਰ ਆਪ ਜੀ ਰੁਕਣਾ ਕਰੋ। ਆਇਓ ਹੋ ਮੈਂ ਸੰਗੀ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਨਾਲ ਗਰੀਬ ਨਵਾਜ ਜੀ ਮੈਂ ਆਇਆ ਹਾਂ। ਸਤਿਗੁਰੂ ਜੀ ਇਹ ਮੇਰੀ ਰਿਆਸਤ ਹੈ, ਇਹ ਆਪ ਜੀ ਦਾ ਹੀ ਦਿੱਤਾ ਸਭ ਕੁਝ ਹੈ। ਗਰੀਬ ਨਵਾਜ ਇੱਥੇ ਆਪ ਜੀ ਜ਼ਰੂਰ ਕੁਝ ਸਮਾਂ ਵਿਸ਼ਰਾਮ ਕਰੋ। ਬੈਠ ਬਿਤਾਵੋ ਸਮਾਂ ਕੁਛ ਕੁਝ ਸਮਾਂ ਮਹਾਰਾਜ ਇੱਥੇ ਰੁਕ ਕੇ ਬਤੀਤ ਕਰੋ। ਮਮ ਪੁਰਹੁ ਉਮੰਗੀ ਮਹਾਰਾਜ ਜਿਹੜੇ ਮੇਰੇ ਮਨ ਦੀ ਆਸਾ ਏ ਆਪ ਕਿਰਪਾ ਕਰਕੇ ਪੂਰੀ ਕਰ ਦੇਵੋ। ਸੁਣ ਕਰ ਬੋਲੇ ਸਤਿਗੁਰੂ ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਗੋ ਸ਼ੀਗਰ ਵਿਸਾਲਾ ਮਹਾਰਾਜ ਕਹਿੰਦੇ ਸਾਨੂੰ ਬਹੁਤ ਕਾਹਲੀ ਹੈ ਭਾਵੇਂ ਰਾਏ ਕੱਲਾ। ਸੁਧ ਕੋ ਲਿਆਏ ਸਿਰੰਦ ਤੇ ਮਹਾਰਾਜ ਕਹਿੰਦੇ ਸਾਨੂੰ ਇਸ ਗੱਲ ਦੀ ਬੜੀ ਸ਼ੀਘਰਤਾ ਏ ਕਿ ਸਰਹੰਦ ਤੋਂ ਜਿਹੜੀ ਖਬਰ ਹੈ ਨਾ ਸਾਡੇ ਸਾਹਿਬਜ਼ਾਦਿਆਂ ਦੀ ਤੇ ਸਾਡੇ ਬਜ਼ੁਰਗ ਮਾਤਾ ਗੁਜਰ ਕੌਰ ਜੀ ਦੀ, ਉਹ ਖਬਰ ਕੋਈ ਲਿਆਉਣਾ ਕਰੇ। ਮਗ ਜਾਏ ਉਤਾਲਾ ਰਸਤੇ ਤੇ ਜਾਵੇ ਚੱਲ ਕੇ ਬੜੀ ਕਾਹਲੀ ਨਾਲ। ਤਬ ਲਗ ਥਿਰ ਇਸ ਥਲ ਰਹੈ ਤੇ ਜਦੋਂ ਤੱਕ ਖਬਰ ਲੈ ਕਰਕੇ ਆਉਂਦਾ ਨਾ ਕੋਈ, ਮਹਾਰਾਜ ਕਹਿੰਦੇ ਉਦੋਂ ਤੱਕ ਇਸ ਥਾਂ ਦੇ ਉੱਤੇ ਹੀ ਅਸੀਂ ਰੁਕਾਂਗੇ। ਪੁਨ ਜਾਏ ਅਗਾਊ ਫਿਰ ਮਹਾਰਾਜ ਕਹਿੰਦੇ ਅੱਗੇ ਚਾਲਾ ਪਾਵਾਂਗੇ। ਮਾਤਾ ਗੁਜਰੀ ਉਤ ਗਈ ਮਾਤਾ ਗੁਜਰ ਕੌਰ ਜੀ ਉੱਥੇ ਗਏ ਆ। ਸਾਨੂੰ ਇਹ ਪਤਾ ਲੱਗਾ ਹੈ ਕਿ ਮਰਿੰਡੇ ਦੇ ਹਾਕਮ ਨੇ ਸਰਹੰਦ ਦੇ ਵਿੱਚ ਸੂਬੇਦਾਰ ਪਾਸ ਕੈਦ ਕਰਵਾ ਦਿੱਤੇ ਆ। ਮਗ ਪਾਏ ਨਾ ਕਾਹੂ ਤੇ ਅੱਗੇ ਰਸਤੇ ਤੋਂ ਹੁਣ ਸਰਹੰਦ ਤੋਂ ਅੱਗੇ ਕਿਹੜੇ ਰਸਤੇ ਨੂੰ ਗਏ ਆ ਕੋਈ ਪਤਾ ਨਹੀਂ ਚੱਲਿਆ ਏ। ਕਹਿ ਕੱਲਾ ਸ੍ਰੀ ਪ੍ਰਭ ਸੁਨਹੁ ਕਹਿਣ ਲੱਗਾ ਰਾਏ ਕੱਲਾ, ਹੇ ਪ੍ਰਭੂ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗਰੀਬ ਨਵਾਜ ਸੁਣਨਾ ਕਰੋ। 10 ਜੋਜਨ ਜਾਨਹੁ ਮਹਾਰਾਜ 10 ਜੋਜਨ ਹੈ ਇਥੋਂ ਰਸਤਾ ਸਰਹੰਦ ਦਾ ਜਾਣਨਾ ਕਰੋ। ਪੁਰ ਸਰਹੰਦ ਇਸ ਥਾਨ ਤੇ ਇਸ ਥਾਂ ਤੋਂ ਮਹਾਰਾਜ ਸਰਹੰਦ ਦੀ ਜੋ ਦੂਰੀ ਹੈ ਸਭ ਕਰੋ ਬਖਾਨਹੁ ਮਹਾਰਾਜ ਮੈਂ ਆਪ ਦੇ ਸਾਹਮਣੇ ਸਭ ਦੱਸਦਾ ਹਾਂ। ਬਨਹਿ ਨ ਜਾਨ ਸੂਰ ਕੋ ਮਹਾਰਾਜ ਘੋੜ ਸਵਾਰ ਜੇ ਕੋਈ ਭੇਜੀਏ ਤੇ ਉਹਦਾ ਜਾਣਾ ਨਹੀਂ ਬਣਦਾ ਏ। ਲੱਖ ਤੁਰਕ ਪਛਾਨੈ ਕਿਉਂਕਿ ਤੁਰਕ ਮਹਾਰਾਜ ਜਾਣ ਕੇ ਨਾ ਵੇਖ ਕੇ ਤੇ ਪਛਾਣ ਲੈਣਗੇ
ਕਿ ਫਲਾਨੀ ਰਿਆਸਤ ਤੋਂ ਆਇਆ, ਉਹਨਾਂ ਨੂੰ ਮਹਾਰਾਜ ਪਤਾ ਲੱਗ ਜਾਵੇਗਾ। ਇਕ ਮਾਹੀ ਹਮਰੇ ਰਹੈ। ਮਹਾਰਾਜ ਇੱਕ ਮਾਹੀ ਰਹਿੰਦਾ ਹੈ, ਉਹ ਸਾਡੇ ਕੋਲ ਨੌਕਰ ਹੈ ਮੇਰਾ। ਸੋ ਇਤੋਂ ਪਿਆਨੈ। ਮਹਾਰਾਜ ਉਹਨੂੰ ਭੇਜਦੇ ਆ, ਉਹ ਜੇ ਜਾਵੇਗਾ ਤਾਂ ਮਹਾਰਾਜ ਉਹ ਖਬਰ ਗੁਪਤ ਤਰੀਕੇ ਨਾਲ ਲੈ ਕੇ ਆ ਸਕਦਾ ਏ। ਹੁਕਮ ਕਰੋ ਭੇਜੈ ਤਿਸੈ। ਸਤਿਗੁਰੂ ਜੀ ਆਪ ਹੁਕਮ ਕਰੋ, ਅਸੀਂ ਉਹਨੂੰ ਭੇਜਣਾ ਕਰੀਏ। 10 ਜੋਜਨ ਜਾਵੈ। 10 ਜੋਜਨ ਰਸਤਾ ਚੱਲ ਕਰਕੇ ਜਾਵੇਗਾ, ਦਿਵਸ ਦੂਸਰੇ ਤਿਤਕ ਚੱਲ। ਤੇ ਦੂਸਰੇ ਦਿਨ ਮਹਾਰਾਜ ਉਹਨਾਂ ਕੁ ਫਿਰ ਚੱਲ ਕਰਕੇ ਸੁਧ ਆਨ ਸੁਣਾਵੈ। ਆ ਕੇ ਸਾਰੀ ਖਬਰ ਮਹਾਰਾਜ ਸੁਣਾਵੇਗਾ। ਪਠੋ ਤਿਸੈ ਸ੍ਰੀ ਗੁਰੂ ਕਹਿਓ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਿਆ ਕੀਤੀ ਕਿ ਰਾਏ ਕੱਲਾ ਉਸ ਮਾਹੀ ਨੂੰ, ਜਿਹਦਾ ਨਾਮ ਨੂਰਾ ਮਾਹੀ ਹੈ, ਉਹਨੂੰ ਭੇਜਣਾ ਕਰ। ਸੋ ਸ਼ੀਘਰ ਪਿਆਨੈ। ਬੜੀ ਸ਼ੀਘਰਤਾ ਨਾਲ ਉਹ ਜਿਹੜਾ ਹੈ ਚੱਲਣਾ ਕਰੇ। ਸੁਧ ਲੈ ਕਰ ਪੁਰ ਬੀਚ ਤੇ ਤੇ। ਨਗਰ ਦੇ ਵਿੱਚੋਂ ਖਬਰ ਲੈ ਕਰਕੇ ਪਹੁੰਚੈ ਇਸ ਥਾਨੈ। ਤੇ ਪਹੁੰਚੇ ਫਿਰ ਇਸ ਥਾਂ ਦੇ ਉੱਪਰ। ਇਮ ਕਹਿ ਕੇ ਸ੍ਰੀ ਬਦਨ ਤੇ। ਇਉਂ ਕਹਿ ਕੇ ਸੱਚੇ ਪਾਤਸ਼ਾਹ ਸ੍ਰੀ ਮੁਖ ਤੋਂ ਉਤਰੇ ਆਏ ਪ੍ਰਿਯੰਕਾ। ਮਹਾਰਾਜ ਪਲੰਗੇ ਤੋਂ ਗਰੀਬ ਨਵਾਜ ਉਤਰ ਆਏ ਆ। ਥਿਰੇ ਤਿਸੀ ਥਲ ਮਹਿਤਬੈ। ਤੇ ਸਥਾਨ ਦੇ ਉੱਤੇ ਸਤਿਗੁਰੂ ਜੀ ਰੁਕ ਗਏ ਹਨ। ਗੁਰਹੀਨ ਅਤੰਕਾ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੂੰ ਸੁਪਨੇ ਮਾਤਰ ਵੀ ਕੋਈ ਖੌਫ ਤੇ ਡਰ ਨਹੀਂ, ਜਿਨ੍ਹਾਂ ਦਾ ਨਾਮ ਲੈ ਕੇ ਡਰ ਕੰਬ ਜਾਂਦਾ ਏ। ਪਠਿਓ ਹਕਾਰ ਸੋ ਮਾਹਖੀ। ਤੇ ਇਸ ਮਾਹੀ ਨੂੰ, ਨੂਰੇ ਮਾਹੀ ਨੂੰ, ਤੇ ਸਮੇਂ ਰਾਏ ਕੱਲਾ ਜੀ ਨੇ ਸਭ ਕੁਝ ਭੇਦ ਦੱਸ ਕਰਕੇ ਭੇਜਣਾ ਕੀਤਾ। ਚੱਲ ਸ਼ੀਘਰ ਸਿਖਾਇਓ। ਤੇ ਬੜੀ ਇਉਂ ਸਿੱਖਿਆ ਦਿੱਤੀ ਕਿ ਬੜੀ ਸ਼ੀਘਰਤਾ ਕਰਨੀ ਹੈ, ਬੜੀ ਕਾਹਲੀ ਕਰਨੀ ਹੈ ਚੱਲਣ ਵਿੱਚ। ਬਖਸ਼ਹਿ ਧਨ ਬਿਨ ਬਿਲਮ। ਸੱਚੇ ਪਾਤਸ਼ਾਹ ਬਿਨਾਂ ਤਾਂ ਦੇਰੀ ਤੋਂ ਬਹੁਤ ਧਨ ਬਖਸ਼ਿਸ਼ ਕਰਨਗੇ। ਜੇ ਪਹੁੰਚੇ ਮਗ ਧਾਇਓ। ਤੇ ਜੇ ਪਹੁੰਚੇਗਾ ਰਸਤੇ ਦੇ ਉੱਤੇ ਧਾ ਕਰਕੇ ਬੜੀ ਜਲਦੀ। ਹੁਤੋ ਸਮਾ ਤਬ ਪ੍ਰਾਤ ਕੋ। ਉਦੋਂ ਵੱਡੇ ਅੰਮ੍ਰਿਤ ਵੇਲੇ ਦਾ ਸਮਾਂ ਜਦੋਂ ਤੋਰਿਆ ਹੈ ਨੂਰੇ ਮਾਹੀ ਨੂੰ। ਗਮਨਿਓ ਜਬ ਮਾਹੀ। ਜਦੋਂ ਚੱਲਿਆ ਹੈ ਇਥੋਂ ਲੰਮੇ ਨਗਰ ਤੋਂ ਮਾਹੀ। ਵਾਯు ਵੇਗ ਤੇ ਸ਼ੀਘਰ ਚੱਲ। ਇਹ ਵਾਯੂ ਹਵਾ ਦੇ ਵੇਗ ਨਾਲ ਫਿਰ ਬੜੀ ਸ਼ੀਘਰਤਾ, ਬੜੀ ਕਾਹਲੀ ਨਾਲ ਚੱਲਿਆ। ਧਾਇਓ ਮਗ ਮਾਹੀ। ਰਸਤੇ ਦੇ ਉੱਤੇ ਤੇ ਸਮੇਂ ਚੱਲਿਆ ਹੈ ਇਹ ਨੂਰਾ ਮਾਹੀ। ਸਭ ਲਸ਼ਕਰ ਤੁਰਕਾਨ ਕੋ। ਸਾਰਾ ਲਸ਼ਕਰ ਜਿਹੜਾ ਤੁਰਕਾਂ ਦਾ, ਲਾਹੋ ਲਸ਼ਕਰ ਜਿਹੜੀ ਸਾਨਾ ਹੈ, ਇਉਂ ਇਤਿਹਾਸ ਨੇ ਭਾਵੇਂ ਜ਼ਿਕਰ ਕੀਤਾ ਹੈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਲਾਂ ਇਸ ਨੂਰੇ ਮਾਹੀ ਨੂੰ ਹੀ ਦਰਸ਼ਨ ਦਿੱਤਾ ਸੀਗਾ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪਹਿਚਾਣ ਲਿਆ ਸੀਗਾ ਤੇ ਹਜੂਰ ਨੇ ਕਿਹਾ ਸੀ ਸਾਨੂੰ ਦੁੱਧ ਛਕਣ ਨੂੰ ਦੇ, ਤੇ ਕਹਿਣ ਲੱਗਾ ਮਹਾਰਾਜ ਅਨਸਰ ਝੋਟੀਆਂ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਜਿਹੜੀ ਮਰਜ਼ੀ ਝੋਟੀ ਨੂੰ ਥਾਪੀ ਦੇ ਕਰਕੇ ਬੈਠ ਜਾ, ਦੁੱਧ ਦੇਗੀ। ਕਹਿਣ ਲੱਗਾ ਮਹਾਰਾਜ ਇੱਥੇ ਬਰਤਨ ਕੋਈ ਨਹੀਂ। ਸਤਿਗੁਰੂ ਜੀ ਨੇ ਉਸ ਸਮੇਂ ਗੰਗਾ ਸਾਗਰ ਬਖਸ਼ਿਸ਼ ਕੀਤਾ ਸੀ ਤੇ ਉਹਦੇ ਵਿੱਚ ਛੇਕ ਹੀ ਛੇਕ। ਕਹਿੰਦਾ ਮਹਾਰਾਜ ਇਹ ਤਾਂ ਦੁੱਧ ਇਹਦੇ ਵਿੱਚ ਕਿਵੇਂ ਟਿਕੇਗਾ। ਹਜੂਰ ਕਹਿੰਦੇ ਅਨਸਰ ਝੋਟੀ ਜੇ ਦੁੱਧ ਦੇ ਸਕਦੀ ਹੈ ਤਾਂ ਫਿਰ ਦੁੱਧ ਇਹਦੇ ਵਿੱਚ ਟਿਕ ਵੀ ਸਕਦਾ ਨੂਰਿਆ। ਮਹਾਰਾਜ ਸਾਹਿਬ ਜੀ ਨੂੰ ਦੁੱਧ ਛਕਾਇਆ ਸੀ ਇਸ ਨੂਰੇ ਮਾਹੀ ਨੇ। ਇਹ ਰਾਏ ਕੱਲਾ ਜੀ ਦਾ ਨੌਕਰ ਹੈ। ਜਦੋਂ ਸਤਿਗੁਰਾਂ ਜੀ ਨੇ ਆਗਿਆ ਕੀਤੀ ਸੀ ਰਾਏ ਕੱਲੇ ਨੂੰ, ਤੇ ਇਹਨੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਮੇਰੀ ਭੈਣ ਨੂਰੀ ਜਿਹੜੀ ਉਹ ਸਰਹੰਦ ਵਿਆਹੀ ਹੋਈ ਹੈ, ਤੇ ਸੱਚੇ ਪਾਤਸ਼ਾਹ ਮੈਂ ਉਹਨੂੰ ਮਿਲਣ ਦੇ ਬਹਾਨੇ ਜਾਵਾਂਗਾ, ਨਾਲੇ ਕੋਈ ਸ਼ੱਕ ਵੀ ਨਹੀਂ ਕਰੇਗਾ, ਤੇ ਮਹਾਰਾਜ ਮੈਂ ਉੱਥੇ ਪਹੁੰਚ ਜਾਵਾਂਗਾ ਤੇ ਸਾਰੀ ਖਬਰ ਆਪ ਜੀ ਨੂੰ ਲਿਆ ਕਰਕੇ ਦੇਵਾਂਗਾ। ਇਉਂ ਨੂਰਾ ਮਾਹੀ ਸਰਹੰਦ ਦੇ ਰਸਤੇ ਤੇ ਤੁਰਿਆ, ਬੜਾ ਬਾਹੋਦਾਹੀ, ਬੜੇ ਹਵਾ ਦੇ ਵੇਗ ਨਾਲ ਤੁਰਿਆ ਜਾਂਦਾ ਹੈ ਤੇ ਰਸਤੇ ਵਿੱਚ ਕੀ ਵੇਖਦਾ ਸੁਣਦਾ ਜਾਂਦਾ ਏ। ਸਭ ਲਸ਼ਕਰ ਤੁਰਕਾਨ ਕੋ। ਸਾਰੀ ਤੁਰਕਾਂ ਦੀ ਜੋ ਸੈਨਾ ਹੈ ਪਸਰਿਓ ਤਬ ਚਾਲਾ। ਤੇ ਇਉਂ ਪਸਰੀ ਹੋਈ ਹੈ ਥਾਵਾਂ ਥਾਵਾਂ ਤੇ, ਕੁਝ ਟੁਕੜੀਆਂ ਕਿੱਧਰ ਨੂੰ ਫਿਰਦੀਆਂ, ਕੁਝ ਕਿੱਧਰ ਨੂੰ ਫਿਰਦੇ, ਇਉਂ ਚਲਿਆ ਜਾ ਰਿਹਾ ਨੂਰਾ ਮਾਹੀ। ਪੁਰ ਸਰਹੰਦ ਡੇਰੇ ਗਏ। ਸਰਹੰਦ ਦੇ ਜਿਹੜੇ ਡੇਰੇ ਵੱਲ ਨੂੰ ਸਰਹੰਦ ਦੀਆਂ ਫੌਜਾਂ ਚਲੀਆਂ ਗਈਆਂ। ਬਿਸਮੰਤ ਬਿਸਾਲਾ। ਬਹੁਤ ਹੈਰਾਨ ਹਨ ਸਾਰੇ ਹੀ ਤੁਰਕ।
ਚੇਚਤ ਕਹਿ ਨਾ ਗੁਰ ਲਹਿਓ ਤੇ ਕਿੰਨੇ ਕੁ ਕਹਿੰਦੇ ਆ ਸਿਪਾਹੀ ਜਿਨ੍ਹਾਂ ਨੂੰ ਕੁਝ ਪਤਾ ਨਹੀਂ, ਕਹਿੰਦੇ ਗੁਰੂ ਸਾਹਿਬ ਤਾਂ ਲੱਭੇ ਹੀ ਨਹੀਂ, ਨਹਿ ਕਿਨਹੂ ਹੀਰਾ ਕਿਸੇ ਨੇ ਵੇਖਿਆ ਹੀ ਨਹੀਂ ਗੁਰੂ ਸਾਹਿਬ ਜੀ ਨੂੰ। ਗਇਓ ਸਭਨ ਕੇ ਬੀਚ ਤੇ ਤੇ ਕੋਈ ਕਹਿੰਦੇ ਆ ਸਾਰਿਆਂ ਦੇ ਵਿੱਚੋਂ ਹੀ ਗੁਰੂ ਸਾਹਿਬ ਸਾਹਮਣੇ ਗਏ ਆ। ਗੁਰ ਵੀਰ ਵਡੇਰਾ ਗੁਰੂ ਸਾਹਿਬ ਜੀ ਬੜੇ ਵੱਡੇ ਬਲੀ ਬਹਾਦਰ ਸੂਰਮੇ ਹਨ। ਚੇਚਤ ਕਹਿ ਰਣ ਮੈਂ ਮਰਿਓ ਕਿੰਨੇ ਕੁ ਕਹਿੰਦੇ ਨਹੀਂ ਜੰਗ 'ਚ ਹੀ ਗੁਰੂ ਸਾਹਿਬ ਜੀ ਜਿਹੜੇ ਉਹ ਮਾਰੇ ਗਏ ਆ। ਨਹਿ ਦੇਖਿਓ ਜਾਈ ਕਿਸੇ ਨੇ ਵੇਖਿਆ ਹੀ ਨਹੀਂ, ਕਹਿੰਦੇ ਜਾ ਕੇ ਜਿੰਨੇ ਮੂੰਹ ਉਨੀਆਂ ਗੱਲਾਂ ਤੁਰਕ ਸਿਪਾਹੀ ਕਰਦੇ ਆ। ਲੱਖ ਹੋ ਲੋਥਨ ਬੀਚ ਤੇ ਕਹਿੰਦੇ ਲੱਖਾਂ ਲੋਥਾਂ ਦੇ ਵਿੱਚ ਤੋਂ ਕਹੋ ਕਿਸ ਵਿਦ ਪਾਈ ਦੱਸੋ ਕਿਸ ਤਰੀਕੇ ਨਾਲ ਲੱਭਣਾ ਸੀਗਾ। ਇਤਿਆਦਿਕ ਬਹੁ ਵਾਰਤਾ ਇਤਿਹਾਦਿਕ ਬਹੁਤੀ ਵਾਰਤਾ ਜੋ ਹੈ ਮਿਲ ਤੁਰਕ ਕਰਨ ਤੇ ਮਿਲ ਮਿਲ ਕੇ ਤੁਰਕ ਕਰਦੇ ਆ। ਨੂਰਾ ਮਾਹੀ ਸੁਣਦਾ ਜਾਂਦਾ ਏ। ਸਗਰੇ ਗਏ ਸਰਹੰਦ ਕੋ ਸਾਰੇ ਇਉਂ ਸਰਹੰਦ ਨੂੰ ਫੌਜਾਂ ਜਿਹੜੀਆਂ ਵਜੀਦੇ ਦੀਆਂ ਚਲੀਆਂ ਗਈਆਂ ਮਲੀਨ ਮੂੰਹ ਲੈ ਕਰਕੇ। ਬਹੁ ਸ਼ੋਕ ਬਧੰਤੇ ਬਹੁਤ ਸ਼ੋਕ ਦੁੱਖ ਇਹਨਾਂ ਦੇ ਅੰਦਰ ਤੇ ਘਰਾਂ ਵਿੱਚ ਵਧਿਆ ਹੋਇਆ ਏ। ਪੁਰ ਪੁਰ ਘਰ ਘਰ ਰੁਦਨ ਹਵੈ ਨਗਰ ਨਗਰਾਂ ਦੇ ਅੰਦਰ ਘਰਾਂ ਘਰਾਂ ਦੇ ਅੰਦਰ ਰੁਦਨ ਰੋਣਾ ਹੋ ਰਿਹਾ ਏ। ਜਹ ਜਹ ਕੇ ਨਰ ਮਾਰੇ ਜਿੱਥੋਂ ਦੇ ਹੁਣ ਸਿਪਾਹੀ ਮਾਰੇ ਗਏ ਆ ਉੱਥੇ ਕਿਹੜੀ ਹੁਣ ਘੱਟ ਗੁਜ਼ਰਨੀ ਹੈ, ਕੀਰਨੇ ਪੈ ਰਹੇ ਆ। ਚਚਾ ਭਤੀਜਾ ਸੁਤ ਪਿਤਾ ਕਿਸੇ ਦਾ ਚਾਚਾ ਮਾਰਿਆ ਗਿਆ, ਕਿਸੇ ਦਾ ਪੁੱਤਰ ਮਾਰਿਆ ਗਿਆ, ਕਿਸੇ ਦਾ ਭਤੀਜਾ, ਕਿਸੇ ਦਾ ਪਿਓ ਮਾਰਿਆ ਗਿਆ, ਕਿਹੇ ਭ੍ਰਾਂਤ ਤੇ ਸੰਘਾਰੇ ਕਿਸੇ ਦਾ ਭਰਾ ਨਾਸ਼ ਹੋ ਗਿਆ ਯੁੱਧ ਵਿੱਚ। ਸਸੁਰ ਜਮਾਤਾ ਸੁਸਾ ਸੁਤ ਕਿਸੇ ਦਾ ਇਸ ਪ੍ਰਕਾਰ ਜਵਾਈ ਮਾਰਿਆ ਗਿਆ, ਕਿਸੇ ਦਾ ਸਹੁਰਾ ਮਾਰਿਆ ਗਿਆ। ਇਸ ਪ੍ਰਕਾਰ ਕਿਸੇ ਦਾ ਜਿਹੜਾ ਸੀ ਘਰਵਾਲੀ ਦਾ ਭਰਾ ਮਾਰਿਆ ਗਿਆ ਬਹਿਨੋਈ ਤੇ ਸਾਰੇ ਕਿਸੇ ਦੇ ਉਹ ਬਹਿਨੋਈ ਮਾਰੇ ਗਏ ਸਾਰੇ ਹੀ। ਕੇਚਤ ਮਾਤੁਲ ਭਾਣਜੇ ਤੇ ਕਿੰਨਿਆਂ ਦੇ ਮਾਮੇ ਮਾਰੇ ਗਏ, ਕਈਆਂ ਦੇ ਭਾਣਜੇ ਮਾਰੇ ਗਏ। ਬੰਦਪ ਹੱਥ ਡਾਰੇ ਬਹੁਤੇ ਰਿਸ਼ਤੇਦਾਰ ਜਿਹੜੇ ਆ ਉਹ ਨਾਸ਼ ਕਰ ਦਿੱਤੇ ਸਿੰਘਾਂ ਨੇ। ਜਹ ਕਹਿ ਜਾਤ ਸੁਨਾਵਨੀ ਜਿੱਥੇ ਕਿਥੇ ਜਿਹੜੇ ਆ ਸੁਣਾਉਂਦੇ ਜਾਂਦੇ ਹਨ। ਪੀਟੇ ਮਿਲ ਨਾਰੀ ਨਾਰੀਆਂ ਇਹਨਾਂ ਦੀਆਂ ਮਿਲ ਮਿਲ ਕੇ ਪਿੱਟਦੀਆਂ ਨੇ। ਨਿਜ ਸੰਬੰਧੀ ਸਿਮਰ ਕਰ ਆਪਣੇ ਸੰਬੰਧੀਆਂ ਨੂੰ ਚੇਤੇ ਕਰ ਕਰਕੇ ਗੁਣ ਗਣਨ ਉਚਾਰੀ ਤੇ ਉਹਨਾਂ ਦੇ ਗੁਣ ਕਹਿ ਕਹਿ ਕੇ ਉਹ ਰੋਂਦੀਆਂ ਪਿੱਟਦੀਆਂ ਹਨ। ਤੇ ਨਾਲ ਹੀ ਰੋਣੇ ਪਿੱਟਣੇ ਵਿੱਚ ਕਹਿੰਦੀਆਂ, ਕੌਣ ਕਹਿੰਦਾ ਸੀ ਕਿ ਆਨੰਦਪੁਰ ਸਾਹਿਬ ਚੜ੍ਹ ਕਰਕੇ ਜਾਓ। ਪਹਾੜ ਦੇਸ਼ ਦੇ ਅੰਦਰ ਭੀਮ ਚੰਦ ਨੂੰ ਲੋਕ ਗਾਲਾਂ ਕੱਢਦੇ ਆ, ਧਰਕਾਰਾਂ ਪਾਉਂਦੇ ਆ ਕਿ ਗੁਰੂ ਸਾਹਿਬ ਦੇ ਉੱਤੇ ਚੜ੍ਹ ਕੇ ਗਿਆ, ਇਹਨੇ ਸਾਰੀ ਕੌਮ ਨੂੰ ਕਲੰਕਿਤ ਕਰ ਦਿੱਤਾ। ਦਿੱਲੀ ਆਦਿਕ ਉਤ ਨਗਰ ਤੇ ਦਿੱਲੀ ਆਦਿਕ ਜਿਹੜੇ ਵੱਡੇ ਨਗਰ ਹਨ, ਇਤ ਲਵਪੁਰ ਰੋਵੈ ਇੱਧਰ ਵੇਖੋ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਸਭ ਰੋ ਰਹੇ ਐ। ਇਹੋ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਤੇ ਵਾਅਦਾ ਕੀਤਾ, ਚੜ੍ਹਾਈ ਕਰਕੇ ਗਏ ਆ ਤੇ ਫਿਰ ਹੁਣ ਇਹ ਕਹਿਰ ਤਾਂ ਗੁਜ਼ਰਨਾ ਹੀ ਸੀ ਨਾ। ਪੂਰਿਆਂ ਦੇ ਨਾਲ ਕੋਈ ਇਹੋ ਜੀ ਕਰੇ ਤੇ ਫਿਰ ਧਰਤੀ ਦੇ ਉੱਤੇ ਇਹੋ ਜਿਹਾ ਕਹਿਰ ਟੁੱਟਦਾ ਹੀ ਹੈ। ਜਦੋਂ ਇੱਥੇ ਰਹਿਣ ਵਾਲੇ ਲੋਕ ਦਗੇਬਾਜ਼ ਹੋ ਜਾਣ, ਧਰਮ ਦੇ ਨਾਂ ਦੇ ਉੱਤੇ ਸੌਹਾਂ ਖਾ ਕਰਕੇ ਤੋੜ ਦੇਣ, ਤੇ ਫਿਰ ਇਹੋ ਜੀ ਹਾਲਤ ਹੀ ਹੁੰਦੀ ਹੈ। ਫਿਰ ਕੋਈ ਜ਼ਲਜ਼ਲਾ ਹੀ ਇਹੋ ਜਿਹਾ ਆਉਂਦਾ ਹੈ, ਕਿਉਂਕਿ ਧਰਮ ਨੂੰ ਧਰਮ ਦੇ ਅਰਥਾਂ ਵਿੱਚ ਸਮਝਦੇ ਹੀ ਨਹੀਂ। ਤੇ ਉਹ ਲੋਗਨ ਰਾਮ ਖਿਲਾਉਣਾ ਜਾਨਾ ਖਿਡਾਉਣਾ ਹੀ ਸਮਝਿਆ ਹੋਇਆ। ਆਪਣੇ ਤੌਰ ਤਰੀਕੇ ਜਿਹੜੇ ਆ ਉਹ ਵਰਤਦੇ ਆ। ਰਾਜਨੀਤਿਕ ਲੋਕਾਂ ਦੀ ਇਹੋ ਜੀ ਬੁਰੀ ਹਾਲਤ ਹੁਣ ਵੀ ਹੋ ਚੁੱਕੀ ਹੈ। ਤਿਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਤੇ ਪੂਰੇ ਗੁਰੂ ਜੀ ਦੇ ਉੱਤੇ ਚੜ੍ਹ ਕੇ ਆਏ। ਦਿੱਲੀ ਤੋਂ ਲੈ ਕੇ ਲਾਹੌਰ ਤੱਕ ਰੋਣਾ ਪਿੱਟਣਾ ਪਿਆ ਹੋਇਆ ਏ। ਕਾਬਲ ਅਰ ਕੰਧਾਰ ਲਗ ਕਿੱਥੋਂ ਤੱਕ ਕਾਬਲ ਕੰਧਾਰ ਤੱਕ ਮਨ ਕਸ਼ਟ ਪਰੋਵੈ ਮਨ ਸਾਰਿਆਂ ਦਾ ਕਸ਼ਟ ਵਿੱਚ ਪਰੋਇਆ ਗਿਆ। ਹੁਣ ਗੁਰੂ ਸਾਹਿਬ ਜੀ ਨੂੰ ਜਿਹੜਾ ਹੈ ਇਸ ਪ੍ਰਕਾਰ ਤੰਗ ਕਰਕੇ ਤੇ ਸੁੱਖ 'ਚ ਸੌ ਸਕਦੇ ਆ। ਸਾਰਾ ਭਾਰਤ ਵਰਸ਼ ਹੀ, ਸਾਰਾ ਹਿੰਦੁਸਤਾਨ ਹੀ, ਸਾਰੀ ਮੁਗਲਾਂ ਦੀ ਇਹ ਜਿਹੜੀ ਜਿੰਨੀ ਵੀ ਉਮਤ ਹੈ ਸਾਰੀ ਜਿਹੜੀ ਹੈ ਦੁੱਖ ਵਿੱਚ ਹੀ ਪਰੋਈ ਗਈ ਹੈ। ਮਨਹੁ ਸ਼ੋਕ ਕੰਜਰ ਭਇਓ ਮਾਨੋ ਕਿ ਇਹਨਾਂ ਦੇ ਘਰਾਂ ਵਿੱਚ ਸ਼ੋਕ ਕੰਜਰ ਸ਼ੋਕ ਪੈ ਗਿਆ, ਭਾਵ ਰੋੜਾ ਪਿੱਟਣਾ ਪੈ ਗਿਆ ਏ। ਗਨ ਬਾਂਧ ਅਖਾੜੇ ਅਖਾੜੇ ਬਨ ਬਨ ਕਰ ਬਹੁਤ ਜ਼ਿਆਦਾ ਨਿਰਤ ਕਰਾਵਤ ਥਾਨ ਬਹੁ ਤੇ ਬਹੁਤੀਆਂ ਥਾਵਾਂ ਤੇ ਉਹ ਜਿਹੜੀਆਂ ਹੁਣ ਨੈਣਾ ਉਹ ਨਿਰਤ ਕਰਾਉਂਦੀਆਂ ਨੇ। ਤੁਰਕਨ ਘਰ ਸਾਰੇ ਤੁਰਕਾਂ ਦੇ ਘਰ ਦੇ ਵਿੱਚ ਦੇਤ ਤਲੀਮਾ ਨਾਇਨੀ ਜਿਹੜੀਆਂ ਨੈਣਾ ਹਨ ਤਲੀਮਾਂ ਦੇ ਕਰਕੇ ਅੱਗੇ ਜਿਵੇਂ ਇੱਕ ਰੋਂਦੀ ਹੈ ਪਿੱਛੇ ਰੋਣ ਦਾ
ਇਉਂ ਜਿਹੜੀ ਉਹ ਜਾਚ ਦੱਸਦੀ ਹੈ। ਗਾਵਤ ਸੇ ਗੀਤਾ ਉੱਚੀ ਉੱਚੀ ਗੀਤ ਨੂੰ ਗਾਉਂਦੀਆਂ ਹਨ ਰੋਣ ਦੇ। ਓਹ ਹੈ ਕਹਿਨ ਇਹ ਓ ਹਾਏ ਹਾਏ ਮਰ ਗਏ। ਇਉਂ ਇਹ ਜਿਹੜਾ ਇਹਨਾਂ ਦੇ ਘਰਾਂ ਵਿੱਚ ਇਹੋ ਹੀ ਆਵਾਜ਼ਾਂ ਆਉਂਦੀਆਂ ਹਨ। ਪਿੰਡਾਂ ਵਿੱਚ ਇਉਂ ਜਿਹੜੋਂ ਨੈਣਾ ਅੱਗੇ ਤਲੀਮ ਦੇ ਕਰਕੇ ਰਵਾਉਂਦੀਆਂ ਨੇ, ਇਵੇਂ ਇਹਨਾਂ ਦੇ ਘਰਾਂ ਵਿੱਚ ਉੱਚੀ ਉੱਚੀ ਪਿੱਟਣ ਦੀਆਂ ਆਵਾਜ਼ਾਂ ਆਉਂਦੀਆਂ ਨੇ। ਇਮਤਾਲ ਪੁਰੀਤਾ ਇਹੋ ਜਿਹਾ ਤਾਲ ਸਭ ਦੇਸ਼ ਦੇ ਅੰਦਰ ਪੂਰਿਆ ਜਾ ਰਿਹਾ ਹੈ। ਇਸੇ ਕਰਕੇ ਨਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹ ਜਿਹੜੇ ਮੁਗਲ ਸੀ ਮਰੈਲਾ ਗੁਰੂ ਕਹਿੰਦੇ ਸੀ। ਤੇ ਜੇ ਪੀਰ ਬੁੱਧੂ ਸ਼ਾਹ ਜੀ ਨੂੰ ਪੁੱਛੋ ਤੇ ਉਹ ਕਹਿੰਦੇ ਨੇ ਸਾਖਸ਼ਾਤ ਅੱਲਾ ਦਾ ਰੂਪ ਹਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ। ਜਿਸ ਕਿਸੇ ਮੁਸਲਮਾਨ ਨੂੰ ਗੁਰੂ ਜੀ ਤੋਂ ਥੋੜੀ ਪ੍ਰੀਤ ਦੀ ਦਾਤ ਮਿਲੀ, ਉਸਨੇ ਵੇਖਿਆ ਕਿ ਸਤਿਗੁਰੂ ਅੱਲਾ ਦਾ ਰੂਪ ਨੇ। ਜਿਹੜੇ ਜ਼ਾਲਮ ਤੇ ਦੁਸ਼ਟ ਸਨ ਉਹ ਕਹਿੰਦੇ ਮਰੈਲਾ ਗੁਰੂ ਹੈ, ਮਾਰਨ ਵਾਲੇ, ਤੁਰਕਾਂ ਨੂੰ ਮਾਰਨ ਵਾਲੇ ਹੈ। ਤੇ ਸਤਿਗੁਰੂ ਜੀ ਫਿਰ ਨੇ ਲਿਖਿਆ ਹੀ ਹੈ ਕਿ ਅਸੀਂ ਜੁਰਮ ਦਾ ਨਾਸ਼ ਕਰਨ ਲਈ ਆਏ। ਤੇ ਜਿਹੜੇ ਇਸ ਪ੍ਰਕਾਰ ਅਧਰਮੀ ਹਨ, ਪਾਪੀ ਹਨ, ਉਹਨਾਂ ਦੀਆਂ ਜੜ੍ਹਾਂ ਹੀ ਪੁੱਟ ਦੇਣ ਵਾਸਤੇ ਅਸੀਂ ਅਵਤਾਰ ਧਾਰਿਆ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਪਰ ਜਿਹੜੇ ਚੜ੍ਹ ਕੇ ਆਏ ਹੈ, ਸਭ ਥਾਵਾਂ ਤੇ ਰੋਣਾ ਪਿੱਟਣਾ ਪਿਆ ਹੋਇਆ, ਕਰਲਾ ਰਿਹਾ ਸਾਰਾ ਹਿੰਦੁਸਤਾਨ। ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਫਿਰ ਵੀ ਖਿੜੇ ਮੱਥੇ ਹੈ, ਗਰੀਬ ਨਵਾਜ ਤਾਂ ਫਿਰ ਵੀ ਪ੍ਰਸੰਨ ਹੈ। ਇਹ ਜਿਹੜੇ ਅਧਰਮੀ ਲੋਕ ਹਨ, ਅਧਰਮ ਕਰਕੇ ਪਾਪ ਕਰਕੇ ਸੋਚਦੇ ਹੈ ਕਿ ਅਸੀਂ ਸੁੱਖ ਨਾਲ ਜ਼ਿੰਦਗੀ ਬਤੀਤ ਕਰ ਲਵਾਂਗੇ। ਔਰੰਗਾਬਾਦ ਦੇ ਅੰਦਰ ਨਰੰਗਾ ਜਿਹੜਾ ਨਾ ਸਦਾ ਮਖਮਲੀ ਸੇਜਾਂ ਦੇ ਉੱਤੇ ਵੀ ਤੜਫਦਾ ਹੀ ਰਿਹਾ। ਕੰਡਿਆਂ ਦੀ ਸੇਜਾਂ ਵਾਂਗ ਉਹਨੂੰ ਦੁੱਖ ਮਖਮਲੀ ਸੇਜਾਂ ਦਾ ਲੱਗਦਾ ਰਿਹਾ। ਜਿੰਨੀ ਵੀ ਜ਼ਿੰਦਗੀ ਉਹਨੇ ਬਤੀਤ ਕੀਤੀ ਹੈ ਨਾ ਜਫਰਨਾਮਾ ਪੜ੍ਹਨ ਤੱਕ, ਹਾਏ ਹਾਏ ਕਰਦਿਆਂ ਹੀ ਵੈਦਾਂ ਹਕੀਮਾਂ ਦੀਆਂ ਦਵਾਈਆਂ ਦੇ ਉੱਤੇ ਹੀ ਉਸਨੇ ਦਿਨ ਕੱਟੇ ਹੈ। ਐਸੀ ਬੁਰੀ ਹਾਲਤ ਉਸ ਨਰੰਗੇ ਦੀ ਹੋਈ ਸੀ। ਤੇ ਹਕੂਮਤ ਦੇ ਨਸ਼ੇ ਵਿੱਚ ਆ ਕਰਕੇ ਅੱਜ ਵੀ ਇਹੋ ਜਿਹੀਆਂ ਹਰਕਤਾਂ ਕਰਦੇ ਹੈ। ਤੇ ਵਜ਼ੀਰ ਖਾਨ ਨੇ ਵੀ ਤਾਂ ਹਕੂਮਤ ਦੇ ਨਸ਼ੇ 'ਚ ਹੀ ਆ ਕੇ ਇਹੋ ਜਿਹਾ ਫਰਮਾਨ ਜਾਰੀ ਕੀਤਾ ਸੀ ਨਾ। ਪਰ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਨੂੰ ਵੀ ਫਿਰ ਚੇਤੇ ਰੱਖਣਾ ਚਾਹੀਦਾ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਜਦੋਂ ਇੱਥੇ ਗਰੀਬ ਨਵਾਜ ਰੁਕੇ ਹੋਏ ਹੈ ਤੇ ਰਾਏ ਕੱਲਾ ਦਾ ਜਿਹੜਾ ਨੌਕਰ ਹੈ ਨੂਰਾ ਮਾਹੀ ਜਿਵੇਂ ਸਰਹੰਦ ਪਹੁੰਚਦਾ ਤੇ ਖਬਰ ਲੈ ਕਰਕੇ ਆਉਂਦਾ, ਹਜੂਰ ਇੱਥੇ ਬੈਠੇ ਕਿਵੇਂ ਉਡੀਕਦੇ ਆ। ਇਹ ਪ੍ਰਸੰਗ ਆਪਾਂ ਲਗਾਤਾਰ ਹੁਣ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਨਿਰਤ ਕਰਾਵਤ ਥਾਨ ਬਹੁ ਤੁਰਕਨ ਘਰ ਸਾਰੇ ਦੇਤ ਤਲੀਮਾ ਨਾਇਨੀ ਗਾਵਤ ਸੇ ਗੀਤਾ ਓਹ ਹੈ ਕਹਿਨ ਇਹ ਇਮਤਾਲ ਪੁਰੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।